हाँ जी बई, सत श्री अकाल साਰਿਆਂ ਨੂੰ ਸਵਾਗਤ ਆ ਪੋਲਿਟੀ ਦੀ ਕਲਾਸ ਦੇ ਵਿੱਚ। ਆਪਾਂ ਪੂਰਾ ਸੰਵਿਧਾਨ ਕਰਦੇ ਪਏ ਆ ਬਰੀਕੀ ਦੇ ਨਾਲ ਤੇ ਨਾਲ ਦੀ ਨਾਲ ਆਪਣੇ ਐਨਸੀਈਆਰਟੀ ਦੀ ਪੋਲਿਟੀ ਵੀ ਚੱਲਦੀ ਪਈ ਆ, ਜਿਹੜੀ ਕਿ 8ਵੀਂ ਦੀ ਕਰ ਚੁੱਕੇ ਆ, 7ਵੀਂ ਦੀ ਕਰ ਚੁੱਕੇ ਆ ਤੇ 6ਵੀਂ ਦੀ ਕਰਾਂਗੇ। ਤੇ ਨਾਲ ਹੀ ਮੈਂ ਪੂਰਾ ਸੰਵਿਧਾਨ ਕਰਾ ਰਹੀ ਆ ਬਰੀਕੀ ਦੇ ਵਿੱਚ, ਠੀਕ ਹੈ, ਜਿਹਦੇ ਵਿੱਚ ਆਪਾਂ ਭਾਗ 5ਵਾਂ ਕਰਦੇ ਪਏ ਸੀ ਆਰਟੀਕਲ 51 ਤੋਂ 152। ਜਦੋਂ ਆਪਾਂ ਭਾਗ 5ਵੇਂ ਦੀ ਗੱਲ ਕਰਦੇ ਆ ਆਰਟੀਕਲ 51 ਤੋਂ 152 ਆਰਟੀਕਲ ਦੀ ਗੱਲ ਕਰਦੇ ਆ, ਇਹਦੇ ਵਿੱਚ ਸਾਡੀ ਆਉਂਦੀ ਆ ਸੈਂਟਰ ਗਵਰਨਮੈਂਟ, ਸਾਡੀ ਕੇਂਦਰ ਸਰਕਾਰ ਇਹਦੇ ਵਿੱਚ ਆਉਂਦੀ ਆ। ਸਭ ਤੋਂ ਪਹਿਲਾਂ ਰਾਸ਼ਟਰਪਤੀ ਕੀਤਾ, ਉਸ ਤੋਂ ਬਾਅਦ ਉਪ ਰਾਸ਼ਟਰਪਤੀ ਕੀਤਾ ਤੇ ਹੁਣ ਆਪਾਂ ਆ ਗਏ ਸੰਸਦ ਤੇ। ਸੰਸਦ ਦੇ ਵਿੱਚ ਆਪਣੇ ਦੋ ਸਦਨ ਆਉਣਗੇ, ਲੋਕ ਸਭਾ ਤੇ ਰਾਜ ਸਭਾ, ਠੀਕ ਹੈ। ਇਹ ਕਰਨ ਤੋਂ ਬਾਅਦ ਫਿਰ ਆਪਣਾ ਪ੍ਰਧਾਨ ਮੰਤਰੀ ਆ ਜਾਊਗਾ, ਕੈਬਨਿਟ ਮੰਤਰੀ ਆ ਜਾਣਗੇ, ਸਾਰਾ ਕੁਝ। ਕਹਿਣ ਦਾ ਭਾਵ ਇਹ ਵੀ ਪੂਰਾ ਸੰਵਿਧਾਨ ਬਰੀਕੀ ਦੇ ਨਾਲ ਕਰਵਾ ਰਹੀ ਆ। ਜਦੋਂ ਅਸੀਂ ਸੰਸਦ ਦੀ ਗੱਲ ਕਰਦੇ ਹਾਂ, ਹਮੇਸ਼ਾ ਧਿਆਨ ਦੇ ਵਿੱਚ ਰੱਖਿਓ, ਸੰਸਦ ਦਾ ਆਰਟੀਕਲ ਪੁੱਛਿਆ ਜਾਵੇ ਤਾਂ ਸਾਡੀ ਸੰਸਦ ਦਾ ਆਰਟੀਕਲ ਹੈਗਾ ਵਾ 79। ਸੰਸਦ ਸਾਡਾ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਪਾਰਲੀਮੈਂਟ। ਪਾਰਲੀਮੈਂਟ ਸ਼ਬਦ ਜਿਹੜਾ ਵਾ ਇਹ ਫਰਾਂਸੀਸੀ ਭਾਸ਼ਾ ਦਾ ਸ਼ਬਦ ਆ। ਫਰਾਂਸੀਸੀ ਭਾਸ਼ਾ ਦੇ ਸ਼ਬਦ ਪਾਰਲਰ ਤੋਂ ਬਣਿਆ ਸੀ। ਪਾਰਲਰ ਸ਼ਬਦ ਕਿਹਦਾ ਸੀਗਾ? ਫਰਾਂਸੀਸੀ ਭਾਸ਼ਾ ਦਾ ਸ਼ਬਦ ਸੀ, ਜਿਹਦਾ ਮੀਨਿੰਗ ਕੀ ਸੀ? ਗੱਲਾਂ ਕਰਨਾ। ਜਿਹਦਾ ਮਤਲਬ ਕੀ ਸੀ? ਗੱਲਾਂ ਕਰਨਾ। ਤੇ ਇਹ ਫਰਾਂਸੀਸੀ ਭਾਸ਼ਾ ਦੇ ਪਾਰਲਰ ਸ਼ਬਦ ਤੋਂ ਹੀ ਪਾਰਲੀਮੈਂਟ ਸ਼ਬਦ ਜਿਹੜਾ ਸੀ ਇਹ ਬਣਿਆ ਸੀ। ਹੁਣ ਸਾਡੀ ਭਾਰਤੀ ਸੰਸਦ ਦੀ ਖਾਸੀਅਤ ਕੀ ਹੈਗੀ ਆ? ਜੇਕਰ ਭਾਰਤੀ ਸੰਸਦ ਦੀ ਖਾਸੀਅਤ ਪੁੱਛੀ ਜਾਵੇ, 4 ਆਪਸ਼ਨਾਂ ਦੇਣਗੇ, ਬਹੁਤ ਹੀ ਜ਼ਿਆਦਾ ਘੁਮਾ ਫਰਾ ਕੇ ਇੱਕ ਹੀ ਆਪਸ਼ਨ ਸਹੀ ਜਾਊਗੀ ਵੀ ਰਾਸ਼ਟਰਪਤੀ ਸੰਸਦ ਦਾ ਪ੍ਰਮੁੱਖ ਅੰਗ ਆ। ਇਹੋ ਹੀ ਸਾਡੀ ਭਾਰਤੀ ਸੰਸਦ ਦੀ ਕੀ ਆ? ਖਾਸੀਅਤ ਆ। ਭਾਰਤੀ ਸੰਸਦ ਕਿੱਥੋਂ ਲਈ ਗਈ ਆ? ਇੰਗਲੈਂਡ ਦੇ ਸੰਵਿਧਾਨ ਤੋਂ। ਕਿਉਂਕਿ ਮੈਂ ਨਾ ਆਹ ਟੌਪਿਕ ਮੈਂ ਤੁਹਾਨੂੰ ਇਕੱਠਾ ਕਰਵਾਉਂਗੀ, ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਕਿਹੜੀ ਚੀਜ਼ ਕਿਹੜੇ ਦੇਸ਼ ਤੋਂ ਲਈ ਗਈ, ਇਕੱਠਾ ਕਰਵਾ ਦੂੰਗੀ ਪੂਰੀ ਲਿਸਟ, ਠੀਕ ਆ। ਇਸ ਕਰਕੇ ਵੀਡੀਓ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਕਿ ਆਉਣ ਵਾਲੀਆਂ ਵੀਡੀਓ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲੇ। ਇਸਨੂੰ ਹੀ ਅਸੀਂ ਕੀ ਕਹਿ ਦਿੰਦੇ ਆ? ਸੰਸਦ ਕਹਿ ਦਿੰਦੇ ਆ, ਪਾਰਲੀਮੈਂਟ ਕਹਿ ਦਿੰਦੇ ਆ। ਸਾਡੀ ਭਾਰਤੀ ਸੰਸਦ ਕਿੱਥੇ ਆ? ਦਿੱਲੀ ਦੇ ਵਿੱਚ ਆ। ਸੋ ਸੰਸਦ ਦੇ ਬਾਰੇ ਵਿੱਚ, ਸਾਡੀ ਪਾਰਲੀਮੈਂਟ ਦੇ ਬਾਰੇ ਆਹ ਵਾਲੇ 4-5 ਪੁਆਇੰਟ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਪਾਰਲੀਮੈਂਟ ਸ਼ਬਦ ਕਿੱਥੋਂ ਲਿਆ ਗਿਆ? ਫਰਾਂਸੀਸੀ ਭਾਸ਼ਾ ਦੇ ਸ਼ਬਦ ਪਾਰਲਰ ਤੋਂ ਲਿਆ ਗਿਆ, ਜਿਹਦਾ ਮਤਲਬ ਕੀ ਸੀ? ਗੱਲਾਂ ਕਰਨਾ। ਕਿਉਂਕਿ ਸੰਸਦ ਦੇ ਵਿੱਚ ਤੁਹਾਨੂੰ ਪਤਾ ਬੈਠਕਾਂ ਹੁੰਦੀਆਂ, ਬਹਿਸ ਚੱਲਦੀ। ਭਾਰਤੀ ਸੰਸਦ ਦੀ ਖਾਸੀਅਤ ਕੀ ਆ? ਵੀ ਰਾਸ਼ਟਰਪਤੀ ਸੰਸਦ ਦਾ ਕੀ ਆ? ਪ੍ਰਮੁੱਖ ਅੰਗ ਆ। ਭਾਰਤੀ ਸੰਸਦ ਭਾਰਤੀ ਸੰਸਦ ਸੰਵਿਧਾਨ ਦਾ ਸੋਮਾ, ਸਾਡਾ ਸੰਵਿਧਾਨ, ਸਾਡੀ ਸੰਸਦ ਕਿਹੜੇ ਸੰਵਿਧਾਨ ਦਾ ਸੋਮਾ ਵਾ? ਇੰਗਲੈਂਡ ਦੇ ਸੰਵਿਧਾਨ ਦਾ। ਭਾਰਤੀ ਸੰਵਿਧਾਨ ਵਿੱਚ ਵਿਧਾਨ ਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ। ਇਸੇ ਨੂੰ ਅਸੀਂ ਕੀ ਕਹਿ ਦਿੰਦੇ ਆ? ਇਸੇ ਨੂੰ ਅਸੀਂ ਸੰਸਦ ਕਹਿ ਦਿੰਦੇ ਆ। ਸਾਡੀ ਭਾਰਤੀ ਸੰਸਦ ਕਿੱਥੇ ਆ? ਦਿੱਲੀ ਦੇ ਵਿੱਚ ਹੈ, ਠੀਕ ਆ। ਹੁਣ ਅਸੀਂ ਅਗਲਾ ਪੁਆਇੰਟ ਤੇ ਚੱਲਦੇ ਆ। ਸਾਡਾ ਸਦਨ ਲੋਕ ਸਭਾ। ਲੋਕ ਸਭਾ ਤੇ ਜਾਂਦੇ ਆ। ਮੈਂ ਤੁਹਾਨੂੰ ਲੋਕ ਸਭਾ ਤੇ ਰਾਜ ਸਭਾ ਕੰਪੈਰੀਜ਼ਨ ਕਰਕੇ ਕਰਵਾਉਂਗੀ ਤੇ ਇਸ ਕਲਾਸ ਤੋਂ ਬਾਅਦ ਤੁਹਾਨੂੰ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਭੁਲੇਖਾ ਪੈ ਗਿਆ ਤੇ ਤਾਂ ਕਿਉਂ, ਠੀਕ ਆ। ਲੋਕ ਸਭਾ ਤੇ ਰਾਜ ਸਭਾ ਕੰਪੈਰੀਜ਼ਨ ਕਰਕੇ ਕਰਾਂਗੇ। ਸਭ ਤੋਂ ਪਹਿਲਾਂ ਤੇ ਸੰਸਦ ਦਾ ਡਿਜ਼ਾਈਨ, ਜਿਹੜੇ ਮੈਂ ਤੁਹਾਨੂੰ 4-5 ਪੁਆਇੰਟ ਲਿਖਾਏ ਨਾ ਸੰਸਦ ਦੇ ਬਾਰੇ, ਉਹਦੇ ਆਹ ਪੁਆਇੰਟ ਵੀ ਨੋਟ ਕਰ ਲਓ ਵੀ ਸੰਸਦ ਦਾ ਜਿਹੜਾ ਡਿਜ਼ਾਈਨ ਸੀ ਉਹ ਐਡਵਿਨ ਨਿਊਟਨਜ਼ ਅਤੇ ਸਰ ਹੈਬਰਟ ਬੇਕਰ ਨੇ ਤਿਆਰ ਕੀਤਾ। ਇਹਦੇ ਨਾਲ ਇਹ ਅੰਗਰੇਜ਼ ਬੰਦੇ ਆ ਤਾਂ ਕਰਕੇ ਇਹਨਾਂ ਦੇ ਨਾਮ ਏਦਾਂ ਦੇ ਆ, ਯਾਦ ਰੱਖ ਲਿਓ। ਸੰਸਦ ਦਾ ਡਿਜ਼ਾਈਨ ਐਡਵਿਨ ਨਿਊਟਨਜ਼ ਅਤੇ ਸਰ ਹੈਬਰਟ ਬੇਕਰ ਨੇ ਤਿਆਰ ਕੀਤਾ ਸੀਗਾ। ਟਾਈਮ ਕਿਹੜਾ ਸੀ? 1912-13 ਦਾ ਟਾਈਮ ਸੀ ਜਦੋਂ ਇਹਨਾਂ ਨੇ ਸਾਡੀ ਸੰਸਦ ਦਾ ਡਿਜ਼ਾਈਨ ਤਿਆਰ ਕੀਤਾ। ਤੇ ਇੱਕ ਪੁਆਇੰਟ ਬਹੁਤ ਜ਼ਿਆਦਾ ਹਾਈਲਾਈਟ ਕਰ ਲਓ, ਸੁਣ ਕੇ ਲਿਖ ਲਓ। ਜੇਕਰ ਪੁੱਛਿਆ ਜਾਵੇ ਕਿ ਭਾਰਤ ਦੀ ਸੰਸਦ ਪ੍ਰਭੂ ਸੱਤਾ ਸੰਪੰਨ ਹੈ ਜਾਂ ਨਹੀਂ, ਬਿਲਕੁਲ ਸਾਡੀ ਜਿਹੜੀ ਭਾਰਤ ਦੀ ਸੰਸਦ ਆ ਉਹ ਕੀ ਆ? ਪ੍ਰਭੂ ਸੱਤਾ ਸੰਪੰਨ ਆ। ਪਰ ਸਾਡੀ ਹੁਣ ਸੰਸਦ ਲਈ ਕਿੱਥੋਂ ਗਈ ਆ? ਇੰਗਲੈਂਡ ਤੋਂ ਲਈ ਗਈ। ਬਹੁਤੇ ਬੱਚੇ ਸੋਚਣਗੇ ਵੀ ਜੇ ਸਾਡੀ ਸੰਸਦ ਇੰਗਲੈਂਡ ਤੋਂ ਲਈ ਗਈ ਆ, ਹਨਾ, ਤੇ ਸਾਡੀ ਭਾਰਤ ਦੀ ਜਿਹੜੀ ਸੰਸਦ ਆ ਉਹ ਪ੍ਰਭੂ ਸੱਤਾ ਸੰਪੰਨ ਆ ਤੇ ਇੰਗਲੈਂਡ ਦੀ ਵੀ ਜਿਹੜੀ ਸੰਸਦ ਆ ਉਹ ਪ੍ਰਭੂ ਸੱਤਾ ਸੰਪੰਨ ਹੋਊਗੀ। ਪਰ ਨਹੀਂ, ਜਿਹੜੀ ਸਾਡੀ ਭਾਰਤ ਦੀ ਸੰਸਦ ਆ ਉਹ ਤਾਂ ਪ੍ਰਭੂ ਸੱਤਾ ਸੰਪੰਨ ਹੈਗੀ ਆ, ਪਰ ਇੰਗਲੈਂਡ ਦੀ ਨਹੀਂ ਹੈਗੀ।
ਹੁਣ ਪ੍ਰਭੂ ਸੱਤਾ ਸੰਪੰਨ ਦਾ ਮਤਲਬ ਕੀ ਆ? ਪ੍ਰਭੂ ਸੱਤਾ ਸੰਪੰਨ ਦਾ ਮਤਲਬ ਇਹ ਆ ਵੀ ਸਾਡੇ ਜਿੱਤੀ ਹੋਈ ਸਰਕਾਰ ਭੰਗ ਵੀ ਹੋ ਸਕਦੀ ਆ, ਪਰ ਇੰਗਲੈਂਡ ਦੇ ਵਿੱਚ ਇੱਕ ਵਾਰੀ ਸਰਕਾਰ ਬਣ ਗਈ ਤੇ ਫਿਰ ਬਣ ਗਈ। ਠੀਕ ਹੈ, ਹੁਣ ਆਪਾਂ ਜਾਣਦੇ ਆ ਲੋਕ ਸਭਾ ਤੇ ਰਾਜ ਸਭਾ ਤੇ ਕੰਪੈਰੀਜ਼ਨ ਕਰਕੇ ਕਰਾਂਗੇ। ਲੋਕ ਸਭਾ ਵਾ ਜਿਹੜਾ ਸਾਡਾ, ਇਹ ਸਾਡਾ ਹੈਗਾ, ਬਲੈਕ ਮਾਰਕਰ ਕਿੱਥੇ ਗਿਆ, ਇੱਕ ਮਿੰਟ, ਹਾਂਜੀ, ਲੋਕ ਸਭਾ ਜਿਹੜਾ ਵਾ ਸਾਡਾ, ਇਹ ਸਾਡਾ ਹੇਠਲਾ ਸਦਨ ਆ। ਠੀਕ ਆ, ਪਰ ਜਿਹੜੀ ਸਾਡੀ ਰਾਜ ਸਭਾ ਵਾ ਇਹ ਸਾਡਾ ਉੱਪਰਲਾ ਸਦਨ ਆ। ਹੁਣ ਇਹਨਾਂ ਦਾ ਆਰਟੀਕਲ ਫਿਰ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਆ। ਸਾਡੀ ਰਾਜ ਸਭਾ ਦਾ ਆਰਟੀਕਲ ਹੈਗਾ ਵਾ 80 ਤੇ ਸਾਡੀ ਲੋਕ ਸਭਾ ਦਾ ਆਰਟੀਕਲ ਹੈਗਾ ਵਾ 81। ਵੇਖੋ, ਸੰਸਦ ਕਿੱਥੋਂ ਬਣਦੀ ਆ? ਸੰਸਦ ਬਣਦੀ ਆ ਲੋਕ ਸਭਾ, ਰਾਜ ਸਭਾ ਤੇ ਲੋਕ ਸਭਾ ਤੋਂ ਮਿਲ ਕੇ ਬਣਦੀ ਆ। ਸੰਸਦ ਦਾ ਆਰਟੀਕਲ 79, ਰਾਜ ਸਭਾ ਦਾ ਆਰਟੀਕਲ 80, ਲੋਕ ਸਭਾ ਦਾ ਆਰਟੀਕਲ 81। ਬਸ ਬਣ ਗਈ ਗੱਲ। ਏਦਾਂ ਚੀਜ਼ਾਂ ਨੂੰ ਯਾਦ ਰੱਖਿਆ ਕਰੋ। ਜੇਕਰ ਮੇਰੇ ਤੋਂ ਤੁਸੀਂ ਪੋਲਿਟੀ ਪੜੋਗੇ ਨਾ, ਤੁਹਾਡਾ ਇੰਟਰਸਟ ਹੀ ਬੜਾ ਬਣ ਜਾਣਾ, ਤੁਹਾਨੂੰ ਲੱਗਣਾ ਕਿ ਪੋਲਿਟੀ ਸੌਖੀ ਬੜੀ ਆ। ਹੁਣ ਆਰਟੀਕਲ ਯਾਦ ਰੱਖਣੇ ਕਿੰਨੇ ਔਖੇ ਆ। ਸੰਸਦ ਦਾ ਆਰਟੀਕਲ 79, ਰਾਜ ਸਭਾ ਤੇ ਲੋਕ ਸਭਾ ਤੋਂ ਮਿਲ ਕੇ ਕੀ ਬਣੀ? ਸਾਡੀ ਸੰਸਦ ਬਣੀ, ਸਾਡੀ ਪਾਰਲੀਮੈਂਟ ਬਣੀ। ਸੰਸਦ ਦਾ ਆਰਟੀਕਲ 79, ਰਾਜ ਸਭਾ ਦਾ ਆਰਟੀਕਲ 80, ਲੋਕ ਸਭਾ ਦਾ ਆਰਟੀਕਲ 81। ਮੈਨੂੰ ਨਹੀਂ ਲੱਗਦਾ ਵੀ ਹੁਣ ਇਹਨਾਂ ਦੇ ਆਰਟੀਕਲ ਤੁਹਾਨੂੰ ਭੁੱਲ ਜਾਣਗੇ। ਇਹਨਾਂ ਦੀ ਲੋਕ ਸਭਾ ਸਦਨ ਆ, ਰਾਜ ਸਭਾ ਸਾਡਾ ਸਦਨ ਆ, ਲੋਕ ਸਭਾ ਸਾਡਾ ਸਦਨ ਆ ਤੇ ਰਾਜ ਸਭਾ ਦੂਸਰਾ ਸਦਨ ਆ। ਤੇ ਲੋਕ ਸਭਾ ਸਾਡਾ ਪਹਿਲਾ ਸਦਨ ਆ ਤੇ ਰਾਜ ਸਭਾ ਸਾਡਾ ਕਮਜ਼ੋਰ ਸਦਨ ਆ, ਲੋਕ ਸਭਾ ਸ਼ਕਤੀਸ਼ਾਲੀ ਸਦਨ ਆ। ਹੁਣ ਕਮਜ਼ੋਰ ਸਦਨ ਦਾ ਮਤਲਬ ਕੀ ਆ? ਕਮਜ਼ੋਰ ਸਦਨ ਦਾ, ਰਾਜ ਸਭਾ ਨੂੰ ਆਪਾਂ ਕਮਜ਼ੋਰ ਸਦਨ ਕਿਉਂ ਕਹਿੰਦੇ ਆ? ਕਿਉਂਕਿ ਇੱਥੇ ਜਿੱਤੀ ਹੋਈ ਪਾਰਟੀ ਦੀ, ਜਿੱਤੀ ਹੋਈ, ਮਾੜਾ ਜਿਹਾ ਲਿਖ ਲਓ ਇੱਥੇ, ਜਿੱਤੀ ਹੋਈ ਪਾਰਟੀ ਦੀ ਸਰਕਾਰ ਨਹੀਂ ਬਣਦੀ, ਕ੍ਰਾਸ ਲਾ ਦੋ ਇੱਥੇ। ਕਮਜ਼ੋਰ ਸਦਨ ਅਸੀਂ ਰਾਜ ਸਭਾ ਨੂੰ ਤਾਂ ਕਹਿੰਦੇ ਆ ਕਿਉਂਕਿ ਇੱਥੇ ਜਿੱਤੀ ਹੋਈ ਪਾਰਟੀ ਦੀ ਕਦੀ ਸਰਕਾਰ ਨਹੀਂ ਬਣਦੀ। ਤੇ ਆਪਾਂ ਲੋਕ ਸਭਾ ਨੂੰ ਸ਼ਕਤੀਸ਼ਾਲੀ ਸਦਨ ਕਿਉਂ ਕਹਿੰਦੇ ਆ? ਕਿਉਂਕਿ ਇੱਥੇ ਕੀ ਬਣਦੀ ਆ? ਜਿੱਤੀ ਹੋਈ ਪਾਰਟੀ ਦੀ ਕੀ ਬਣਦੀ ਆ? ਜਿੱਤੀ ਹੋਈ ਪਾਰਟੀ ਦੀ ਸਰਕਾਰ ਬਣਦੀ ਆ, ਸਰਕਾਰ ਬਣਦੀ ਹੈ। ਠੀਕ ਹੈ, ਪੁਆਇੰਟ ਸਮਝ ਆਇਆ? ਤੇ ਲੋਕ ਸਭਾ ਸਾਡਾ ਪਹਿਲਾ ਸਦਨ ਆ ਤੇ ਰਾਜ ਸਭਾ ਸਾਡਾ ਦੂਸਰਾ ਸਦਨ ਆ। ਹੁਣ ਲੋਕ ਸਭਾ ਸਾਡਾ ਅਸਥਾਈ ਸਦਨ ਆ ਤੇ ਰਾਜ ਸਭਾ ਸਾਡਾ ਸਥਾਈ ਸਦਨ, ਪਰਮਾਨੈਂਟ ਸਦਨ ਆ। ਹੁਣ ਲੋਕ ਸਭਾ ਅਸਥਾਈ ਮਤਲਬ ਪਰਮਾਨੈਂਟ ਨਹੀਂ, ਅਸਥਾਈ ਐੜਾ ਲਾ ਕੇ ਅਸਥਾਈ ਸਦਨ ਕਿਉਂ ਆ? ਕਿਉਂਕਿ ਇਹ ਜਿਹੜੀ ਅਸੀਂ ਮੰਨ ਲਓ ਕੋਈ ਸਰਕਾਰ ਬਣ ਗਈ, ਅਸੀਂ ਸਰਕਾਰ ਨੂੰ ਭੰਗ ਵੀ ਕਰ ਸਕਦੇ ਆ। ਹੁਣ ਜਿੱਦਾਂ ਫੋਰ ਐਗਜ਼ਾਮਪਲ ਸਾਡੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਆ, ਆਪ ਤਾਂ ਹੁਣ ਕੇਜਰੀਵਾਲ ਵੀ ਹਨਾ ਫੜਿਆ ਫੁੜਿਆ ਗਿਆ, ਪਤਾ ਹੀ ਹੈ ਤੁਹਾਨੂੰ, ਹਨਾ ਅਪਡੇਟ ਰਿਹਾ ਕਰੋ ਥੋੜਾ ਜਿਹਾ। ਤੇ ਹੁਣ ਭੰਗ ਕਿੱਦਾਂ ਕਰ ਸਕਦੇ ਆ? ਪੂਰਾ ਪੰਜਾਬ ਇਕੱਠਾ ਹੋ ਜੇ ਭਗਵੰਤ ਮਾਨ ਦੇ ਖਿਲਾਫ, ਵੀ ਪੂਰਾ ਪੰਜਾਬ ਸੜਕਾਂ ਦੇ ਉੱਤੇ ਭਗਵੰਤ ਮਾਨ ਅਸਤੀਫਾ ਦੇਵੇ, ਅਸਤੀਫਾ ਦੇਵੇ ਤੇ ਦੇਣਾ ਪਊਗਾ। ਮਤਲਬ ਇਹ ਵੀ ਲੋਕ ਸਭਾ ਜਿਹੜੀ ਆ ਇਹਨੂੰ ਅਸੀਂ ਭੰਗ ਕਰ ਸਕਦੇ ਆ, ਇਹ ਅਸਥਾਈ ਸਦਨ ਆ। ਪਰ ਰਾਜ ਸਭਾ ਸਥਾਈ ਸਦਨ, ਇਹ ਕਦੀ ਵੀ ਜਿਹੜਾ ਵਾ ਇਹਨੂੰ ਅਸੀਂ ਭੰਗ ਨਹੀਂ ਕਰ ਸਕਦੇ, ਇਸ ਕਰਕੇ ਪਰਮਾਨੈਂਟ ਸਦਨ ਆ। ਲੋਕ ਸਭਾ ਸਾਡਾ ਹਰਮਨ ਪਿਆਰਾ ਸਦਨ ਆ ਕਿਉਂਕਿ ਲੋਕ ਵੋਟਾਂ ਪਾ ਕੇ ਆਪਦੀ ਮਰਜ਼ੀ ਦੇ ਨਾਲ ਨੇਤਾ ਚੁਣਦੇ ਆ, ਇਸੇ ਹੀ ਕਰਕੇ ਤਾਂ ਹਰਮਨ ਪਿਆਰਾ ਸਦਨ ਆ ਲੋਕ ਸਭਾ। ਪਰ ਰਾਜ ਸਭਾ ਰਾਜਾਂ ਦੀ ਕੌਂਸਲ ਆ। ਰਾਜਾਂ ਦੀ ਕੌਂਸਲ ਦਾ ਮਤਲਬ ਕੀ ਆ? ਇੰਨੀ ਬਰੀਕੀ ਦੇ ਨਾਲ ਤੁਹਾਨੂੰ ਕਿਤੇ ਵੀ YouTube ਤੇ ਕਲਾਸ ਮਿਲ ਗਈ ਨਾ ਤੇ ਤਾਂ ਕਿਉਂ। ਰਾਜਾਂ ਦੀ ਕੌਂਸਲ ਦਾ ਮਤਲਬ ਇਹ ਆ ਕਿ ਜਿਹੜੇ ਸਾਡੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਾ, ਜਿੱਦਾਂ ਸਾਡੀ ਪੰਜਾਬ ਦੀ ਵਿਧਾਨ ਸਭਾ, ਰਾਜਾਂ ਦੀਆਂ ਵਿਧਾਨ ਸਭਾ ਤੋਂ ਚੁਣ ਕੇ ਇੱਥੇ ਕੀ ਆਉਂਦੇ ਆ? ਇੱਥੇ ਚੁਣ ਕੇ ਆਉਂਦੇ ਆ MLA, ਚੁਣ ਕੇ ਇੱਥੇ ਕੀ ਆਉਂਦੇ ਆ? MLA ਆਉਂਦੇ ਆ। ਇਹੀ ਕਾਰਨ ਆ ਕਿ ਅਸੀਂ ਰਾਜ ਸਭਾ ਨੂੰ ਕੀ ਕਹਿੰਦੇ ਆ? ਰਾਜਾਂ ਦੀ ਕੌਂਸਲ ਕਹਿੰਦੇ ਆ, ਕਿਉਂਕਿ ਰਾਜਾਂ ਦੀਆਂ ਵਿਧਾਨ ਸਭਾ ਤੋਂ ਚੁਣ ਕੇ ਇੱਥੇ ਕੀ ਆਉਂਦੇ ਆ? MLA ਆਉਂਦੇ ਆ। ਚੱਲੀਏ ਉਸ ਤੋਂ ਬਾਅਦ ਅੱਗੇ। ਉਸ ਤੋਂ ਬਾਅਦ ਆ ਜੋ ਲੋਕ ਸਭਾ ਦੀ ਤੇ ਰਾਜ ਸਭਾ ਦੀ ਰਚਨਾ ਦੀ ਕੰਪੈਰੀਜ਼ਨ ਕਰਕੇ ਕਰਵਾਉਂਗੀ। ਇਸ ਕਲਾਸ ਤੋਂ ਬਾਹਰ ਤੁਹਾਨੂੰ ਕੋਈ ਵੀ ਭੁਲੇਖਾ ਨਹੀਂ ਪਊਗਾ
ਚਾਹੇ ਸਾਨੂੰ ਲੋਕ ਸਭਾ ਦਾ ਜਿੱਦਾਂ ਮਰਜ਼ੀ ਕੁਐਸਚਨ ਆ ਜਾਏ, ਚਾਹੇ ਤੁਹਾਨੂੰ ਰਾਜ ਸਭਾ ਦਾ ਜਿੱਦਾਂ ਮਰਜ਼ੀ ਕੁਐਸਚਨ ਆ ਜਾਏ। ਵੇਖੋ ਮੂਲ ਸੰਵਿਧਾਨ ਦਾ ਮਤਲਬ ਇਹ ਨਾ, ਸਾਡੇ ਪਹਿਲਾਂ ਜਦੋਂ ਸਾਡਾ ਸੰਵਿਧਾਨ ਬਣਿਆ ਉਦੋਂ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਸੀ? 500 ਸੀ। ਪਰ ਜਦੋਂ ਰਾਜ ਸਭਾ ਦੇ ਮੈਂਬਰਾਂ ਦੀ ਆਪਾਂ ਗੱਲ ਕਰਦੇ ਹਾਂ, ਵੱਧ ਤੋਂ ਵੱਧ ਮੈਂਬਰ ਇਹਦੇ ਕਿੰਨੇ ਹੋ ਸਕਦੇ ਆ? 250 ਹੋ ਸਕਦੇ ਆ, 250 ਹੋ ਸਕਦੇ, ਇਸ ਤੋਂ ਵੱਧ ਨਹੀਂ ਹੋ ਸਕਦੇ, ਇਸ ਤੋਂ ਘੱਟ ਹੋ ਸਕਦੇ ਆ, ਪਰ 250 ਤੋਂ ਕਦੀ ਵੀ ਮੈਂਬਰ ਵੱਧ ਨਹੀਂ ਹੋਣਗੇ ਰਾਜ ਸਭਾ ਦੇ ਵਿੱਚ। ਉਸ ਤੋਂ ਬਾਅਦ ਲੋਕ ਸਭਾ ਤੇ ਆ ਜਾਓ। 7ਵੀਂ ਸੋਧ 1956। ਮੈਂ ਨਾ ਇੱਕ ਕੰਟੈਂਟ ਤਿਆਰ ਕਰ ਰਹੀ ਹਾਂ ਪੂਰਾ, ਜਿਹਦੇ ਵਿੱਚ ਮੈਂ ਸਾਰੀਆਂ ਸੋਧਾਂ ਸੀਕੁਐਂਸ ਵਾਈਜ਼ ਅਰੇਂਜ ਕਰ ਰਹੀ ਹਾਂ, ਸਾਰੀਆਂ ਸੋਧਾਂ ਸੀਰੀਅਲ ਵਾਈਜ਼ ਕਰਵਾ ਦੂੰਗੀ। ਇਸ ਕਰਕੇ ਕਹਿੰਦੀ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਠੀਕ ਹੈ। 7ਵੀਂ ਸੋਧ 1956 ਨੂੰ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 20 ਵਧਾਤੀ, 520 ਕਰਤੀ। ਜੇਕਰ ਪੁੱਛਿਆ ਜਾਵੇ ਵੀ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 520 ਕਿਹੜੀ ਸੋਧ ਰਾਹੀਂ ਕੀਤੀ ਗਈ? 7ਵੀਂ ਸੋਧ 1956। ਜੇਕਰ ਕੁਐਸਚਨ ਆ ਜਾਏ ਵੀ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 525 ਕਿਹੜੀ ਸੋਧ ਰਾਹੀਂ ਕੀਤੀ ਗਈ? 14ਵੀਂ ਸੋਧ 1963। ਜੇਕਰ ਪੁੱਛਿਆ ਜਾਵੇ ਕਿ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 545 ਕਿਹੜੀ ਸੋਧ ਰਾਹੀਂ ਕੀਤੀ ਗਈ? 31ਵੀਂ ਸੋਧ 31ਵੀਂ ਸੋਧ 1973। ਜੇਕਰ ਪੁੱਛਿਆ ਜਾਵੇ ਕਿ ਕਿਹੜੀ ਸੋਧ ਰਾਹੀਂ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਨਿਸ਼ਚਿਤ ਕੀਤੀ 2026 ਤੱਕ ਨਿਸ਼ਚਿਤ ਕੀਤੀ ਗਈ ਆ। 84ਵੀਂ ਸੋਧ 2001 ਲੋਕ ਸਭਾ ਦੀ ਤੇ ਰਾਜ ਸਭਾ ਦੇ ਮੈਂਬਰਾਂ ਦੀ ਜਿਹੜੀ ਗਿਣਤੀ ਆ ਉਹ 2026 ਤੱਕ ਨਿਸ਼ਚਿਤ ਕੀਤੀ ਗਈ। ਦਾ ਮਤਲਬ ਇਹ ਆ ਵੀ 2026 ਤੱਕ ਨਾ ਤਾਂ ਲੋਕ ਸਭਾ ਦੇ ਮੈਂਬਰਾਂ ਵਿੱਚ ਕੋਈ ਵਾਧਾ ਹੋ ਸਕਦਾ ਤੇ ਨਾ ਹੀ ਰਾਜ ਸਭਾ ਦੇ ਮੈਂਬਰਾਂ ਦੇ ਵਿੱਚ ਕੋਈ ਵਾਧਾ ਹੋ ਸਕਦਾ। ਹੁਣ ਇੱਥੇ ਆਹ ਚੀਜ਼ ਕਿੱਦਾਂ ਧਿਆਨ ਦੇ ਵਿੱਚ ਰੱਖਣੀ ਹੈ? ਵੇਖੋ 3-3 ਤੇ ਡਿਵਾਈਡ ਹੋ ਰਹੇ, 3-3 ਤੇ। ਇੱਥੇ ਵੇਖੋ 7ਵੀਂ ਸੋਧ 1956, 7 ਤੇ 7 14। ਉਸ ਤੋਂ ਬਾਅਦ 7ਵੀਂ ਤੋਂ ਬਾਅਦ ਜੇਕਰ ਅਗਲੀ ਸੋਧ ਭੁੱਲੀ ਤੇ 7 ਦੇ ਵਿੱਚ ਹੋਰ 7 ਪਲੱਸ ਕਰ ਦੋ, ਕਿੰਨੀ ਹੋ ਗਈ? 14ਵੀਂ ਹੋ ਗਈ। ਤੇ 3 ਤੇ ਡਿਵਾਈਡ ਹੋ ਰਹੇ 1956 1963, 3 ਤੇ ਡਿਵਾਈਡ ਹੋ ਗਏ। ਉਸ ਤੋਂ ਬਾਅਦ 31ਵੀਂ ਸੋਧ ਤੇ ਆ ਜਾਓ, ਇਹ ਵੀ 3 ਤੇ ਡਿਵਾਈਡ ਹੋ ਰਿਹਾ, ਸਿੱਧਾ 1973 ਤੇ ਆ ਜਾਓ, ਸਿੱਧਾ 10 ਵਧਾ ਦੋ 1973। ਇੱਥੇ 5 ਇੱਥੇ 5 ਵਧਾ ਦੋ, 20 ਵਧਾ ਤੇ 5 ਵਧਾ ਤੇ ਅੱਗੇ ਫਿਰ ਕਿੰਨੇ ਹੋ ਗਏ? 45 ਹੋ ਗਏ। ਏਦਾਂ ਕਰਕੇ ਠੀਕ ਆ। ਸੋ ਆਹ ਵਾਲੀ ਗਿਣਤੀ ਜ਼ਰੂਰ ਯਾਦ ਰੱਖਣੀ, ਬੜੀ ਪੁੱਛੀ ਜਾਂਦੀ ਹੁੰਦੀ ਆ ਹਨਾ। 7ਵੀਂ ਸੋਧ 1956 520 ਕਰਤੀ, 14ਵੀਂ ਸੋਧ 1963 ਨੂੰ 525 ਕਰਤੀ, 31ਵੀਂ ਸੋਧ 1973 ਨੂੰ ਕਿੰਨੀ ਕਰਤੀ? 545 ਕਰਤੀ। 84ਵੀਂ ਸੋਧ ਹੋਈ 2001 ਦੇ ਵਿੱਚ, ਜਦੋਂ ਇਹਨਾਂ ਨੇ 2026 ਤੱਕ ਗਿਣਤੀ ਜਿਹੜੀ ਆ ਉਹ ਪੱਕੀ ਕਰਤੀ ਲੋਕ ਸਭਾ ਦੇ ਮੈਂਬਰਾਂ ਦੀ ਵੀ ਤੇ ਰਾਜ ਸਭਾ ਦੇ ਮੈਂਬਰਾਂ ਦੀ ਵੀ ਇਹ 2026 ਤੋਂ ਬਾਅਦ ਵਧਾ ਸਕਦੇ ਆ, ਪਰ 2026 ਤੱਕ ਨਾ ਤਾਂ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਵਧੂਗੀ ਨਾ ਹੀ ਰਾਜ ਸਭਾ ਦੇ। ਠੀਕ ਹੈ। ਹੁਣ 42ਵੀਂ ਸੋਧ ਹੋਈ ਸੀ ਨਾ, ਆਹ ਦੋ ਸੋਧਾਂ ਬੜੀਆਂ ਜ਼ਿਆਦਾ ਇੰਪੋਰਟੈਂਟ ਆ। 42ਵੀਂ ਸੋਧ ਤੇ 44ਵੀਂ ਸੋਧ ਬਹੁਤ ਜਲਦੀ ਕਲਾਸ ਲੈ ਕੇ ਆਉਂਗੀ। 42ਵੀਂ ਤੇ 44ਵੀਂ ਸੋਧ ਕੰਪੈਰੀਜ਼ਨ ਕਰਕੇ ਕਰਵਾਉਂਗੀ, ਏਦਾਂ ਹੀ ਜਿੱਦਾਂ ਮੈਂ ਇਹ ਕਰਵਾ ਰਹੀ ਹਾਂ। 42ਵੀਂ ਸੋਧ 1976 ਨੂੰ ਜਿਹੜਾ ਸੀ ਲੋਕ ਸਭਾ ਦਾ ਕਾਰਜਕਾਲ ਇਹਨਾਂ ਨੇ 6 ਸਾਲ ਕੀਤਾ ਸੀ। ਤੇ ਹੁਣ ਹਰ ਇੱਕ ਪੁਆਇੰਟ ਨੂੰ ਬਰੀਕੀ ਦੇ ਨਾਲ ਦੇੜਿਆ ਕਰੋ। ਜੇ ਕਹਿਣ ਵੀ ਜਿਹੜੀ 42ਵੀਂ ਸੋਧ 1976 ਦੇ ਰਾਹੀਂ ਲੋਕ ਸਭਾ ਦੇ ਜਿਹੜਾ ਹੈਗਾ ਜਿਹੜਾ ਕਾਰਜਕਾਲ ਸੀ ਉਹ 6 ਸਾਲ ਕੀਤਾ ਗਿਆ ਸੀ। ਉਦੋਂ ਕੌਣ ਪ੍ਰਧਾਨ ਮੰਤਰੀ ਸੀ? ਕਿਹਦੇ ਕਾਰਜਕਾਲ ਦੇ ਸਮੇਂ? ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ। ਲਿਖ ਲਓ ਇੱਥੇ ਮਾੜਾ ਜਿਹਾ, ਇੰਦਰਾ ਗਾਂਧੀ ਜਦੋਂ ਪ੍ਰਧਾਨ ਮੰਤਰੀ ਸੀ ਨਾ, ਉਦੋਂ ਲੋਕ ਸਭਾ ਦਾ ਕਾਰਜਕਾਲ ਇਹਨਾਂ ਨੇ 6 ਸਾਲ ਕੀਤਾ ਸੀ। ਪਰ 44ਵੀਂ ਸੋਧ 2 ਸਾਲਾਂ ਬਾਅਦ, ਠੀਕ ਹੈ, 44ਵੀਂ ਸੋਧ 1978 ਨੂੰ ਇਹਨਾਂ ਨੇ ਦੁਬਾਰਾ ਫੇਰ ਕਿੰਨਾ ਕਰਤਾ? 5 ਸਾਲ ਕਰਤਾ। ਹੁਣ ਵੀ ਜਿਹੜਾ ਸਾਡਾ ਲੋਕ ਸਭਾ ਦਾ ਕਾਰਜਕਾਲ ਆ ਉਹ 5 ਸਾਲ ਹੀ ਆ, ਪਰ ਧਿਆਨ ਦੇ ਵਿੱਚ ਰੱਖਿਓ ਐਮਰਜੈਂਸੀ ਦੇ ਦੌਰਾਨ 1 ਸਾਲ ਵਧਾਇਆ ਜਾ ਸਕਦਾ। ਜੇਕਰ ਕੋਈ ਵੀ ਐਮਰਜੈਂਸੀ ਲੱਗਦੀ ਹੈ, ਐਮਰਜੈਂਸੀ ਵੀ ਤੁਹਾਨੂੰ ਕਰਵਾਉਂਗੀ, ਐਮਰਜੈਂਸੀ ਜਦੋਂ ਕੋਈ ਲੱਗਦੀ ਆ ਉਹਦੇ ਦੌਰਾਨ ਕਾਰਜਕਾਲ ਵਧਾਇਆ ਜਾ ਸਕਦਾ ਵਾ, ਨਹੀਂ ਤਾਂ ਸਾਡਾ 5 ਸਾਲ ਹੀ ਆ। ਇਹ 44ਵੀਂ ਸੋਧ 1978 ਦੇ ਤਹਿਤ ਹੋਇਆ। 42ਵੀਂ ਸੋਧ 1976 ਦੇ ਤਹਿਤ ਇਹਨਾਂ ਨੇ 6 ਕੀਤਾ ਸੀ, ਪਰ 44ਵੀਂ ਦੇ ਤਹਿਤ ਕੀ ਕਰਤਾ ਸੀ? 5 ਕਰਤਾ ਸੀ। ਹੁਣ ਅੱਜ ਲੋਕ ਸਭਾ ਦੇ ਵੱਧ ਤੋਂ ਵੱਧ ਮੈਂਬਰ 250 ਹੋਣੇ ਚਾਹੀਦੇ, ਮਤਲਬ ਵੱਧ ਤੋਂ ਵੱਧ 250 ਤੋਂ ਵੱਧ ਨਹੀਂ ਹੋਣੇ ਚਾਹੀਦੇ। ਵੱਧ ਤੋਂ ਵੱਧ ਮਤਲਬ ਕੀ ਹੁੰਦਾ ਵਾ ਵੀ ਇਹ ਤੋਂ ਵੱਧ ਨਹੀਂ ਹੋਣੇ ਚਾਹੀਦੇ, ਘੱਟ ਹੋਣੇ ਚਾਹੀਦੇ ਆ। 238 ਮੈਂਬਰ ਇਹ ਆ ਪਹਿਲਾਂ ਦਾ ਵਾ, ਆ ਹੁਣ ਦਾ ਵਾ। ਮੂਲ ਸੰਵਿਧਾਨ ਦੇ ਵਿੱਚ 238 ਮੈਂਬਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ
ਤੇ ਰਾਜਾਂ ਦੇ ਚੁਣੇ ਹੋਏ ਮੈਂਬਰ ਹੁੰਦੇ ਸੀ ਹਨਾ। ਤੇ ਜਿਹੜੇ 12 ਮੈਂਬਰ ਸੀ ਉਹ ਰਾਸ਼ਟਰਪਤੀ ਨਾਮਜ਼ਦ ਕਰਦਾ ਸੀ ਕਲਾ ਦੇ ਖੇਤਰ ਵਿੱਚੋਂ, ਸਾਹਿਤ ਦੇ ਖੇਤਰ ਵਿੱਚੋਂ। ਇਹ ਮੈਂ ਤੁਹਾਨੂੰ ਉਦੋਂ ਵੀ ਕਰਵਾਇਆ ਜਦੋਂ ਆਪਾਂ ਰਾਸ਼ਟਰਪਤੀ ਵਾਲਾ ਟੌਪਿਕ ਕੀਤਾ ਸੀ। 2 ਵਾਰੀ ਹੋ ਗਿਆ ਕਿਉਂਕਿ ਜਦੋਂ ਆਪਾਂ ਰਾਸ਼ਟਰਪਤੀ ਕਰਨਾ ਤੇ ਰਾਸ਼ਟਰਪਤੀ ਦੇ ਕੰਮ ਵੀ ਕਰਨੇ ਸੀ, ਇਸ ਕਰਕੇ ਉਦੋਂ ਵੀ ਮੈਂ ਤੁਹਾਨੂੰ ਕਰਵਾਇਆ। ਤੇ ਇੱਥੇ ਸੰਸਦ ਦੇ ਵਿੱਚ ਤਾਂ ਫਿਰ ਆਉਣਾ ਹੀ ਹੋਣਾ ਕਿ 12 ਮੈਂਬਰ ਕੌਣ ਨਾਮਜ਼ਦ ਕਰਦਾ ਵਾ, ਰਾਸ਼ਟਰਪਤੀ ਕਰਦਾ ਵਾ। 238 ਜਿਹੜੇ ਸੀ ਉਹ ਕਿੱਥੋਂ ਆਉਂਦੇ ਆ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਰਾਜਾਂ ਦੇ ਚੁਣੇ ਹੋਏ ਮੈਂਬਰ। ਠੀਕ ਆ। ਉਸ ਤੋਂ ਬਾਅਦ ਜਿਹੜੀ ਚੋਣ ਆ ਉਹ ਅਪਰਤੱਖ ਵਿਧੀ ਦੇ ਨਾਲ ਕੀਤੀ ਜਾਂਦੀ। ਕਦੀ ਵੇਖਿਆ ਵੀ ਆਪਾਂ ਰਾਜ ਸਭਾ ਮੈਂਬਰ ਬਣਾਉਣ ਲਈ ਵੋਟਾਂ ਪਾਈਆਂ ਹੋਣ, ਆਪਾਂ ਲੋਕ ਸਭਾ ਲਈ ਵੋਟਾਂ ਪਾਉਣੇ, ਰਾਜ ਸਭਾ ਲਈ ਤੇ ਆਪਾਂ ਕਦੀ ਵੋਟਾਂ ਨਹੀਂ ਪਾਈਆਂ। ਠੀਕ ਹੈ। ਸੋ ਲੋਕ ਸਭਾ ਦੀ ਜਿਹੜੀ ਹੈਗੀ ਆ ਚੋਣ ਉਹ ਪ੍ਰਤੱਖ ਵਿਧੀ ਦੇ ਨਾਲ ਹੁੰਦੀ ਆ। ਠੀਕ ਆ। ਲੋਕ ਸਭਾ ਦੀ ਜਿਹੜੀ ਚੋਣ ਆ ਉਹ ਪ੍ਰਤੱਖ ਵਿਧੀ ਦੇ ਨਾਲ ਹੁੰਦੀ ਆ। ਰਾਜ ਸਭਾ ਦਾ ਉਲਟਾ ਕਰ ਦੋ, ਇਹਦੀ ਚੋਣ ਅਪਰਤੱਖ ਵਿਧੀ ਨਾਲ ਹੁੰਦੀ ਆ। ਹੁਣ ਪ੍ਰੈਜ਼ੈਂਟ ਮੈਂਬਰ ਰਾਜ ਸਭਾ ਦੇ ਕਿੰਨੇ ਆ? ਠੀਕ ਆ। ਠੀਕ ਆ। ਪ੍ਰੈਜ਼ੈਂਟ ਮੈਂਬਰ ਲੋਕ ਸਭਾ ਦੇ ਪੁੱਛੇ ਜਾਣ ਤੇ 545 ਆ। ਠੀਕ ਆ। ਤੇ ਜੇਕਰ ਪ੍ਰੈਜ਼ੈਂਟ ਮੈਂਬਰ ਸਾਨੂੰ ਪੁੱਛੇ ਜਾਣ ਰਾਜ ਸਭਾ ਦੇ ਪੁੱਛੇ ਜਾਣ ਤੇ ਰਾਜ ਸਭਾ ਦੇ ਕਿੰਨੇ ਆ? 245 ਆ। ਠੀਕ ਆ। 45 45 ਆ, ਯਾਦ ਰਹਿ ਜਾਊਗਾ। ਲੋਕ ਸਭਾ ਦੇ 545, ਰਾਜ ਸਭਾ ਦੇ 245। ਹੁਣ ਇੱਥੇ 238 ਵਾਲਾ ਫਾਰਮੂਲਾ ਕੱਟਦੇ ਹੋਏ ਪਹਿਲਾਂ ਸੀ 233 ਜਿਹੜੇ ਆ ਉਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਰਾਜਾਂ ਤੋਂ ਚੁਣ ਕੇ ਆਉਂਦੇ ਆ ਤੇ 12 ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਦਾ। ਇਹ ਸਾਰੀ ਡਿਟੇਲ ਮੈਂ ਤੁਹਾਨੂੰ ਜਿਹੜੀ ਸੀ ਕਰਵਾਈ ਸੀ। ਠੀਕ ਆ। ਤੇ ਉਸ ਤੋਂ ਬਾਅਦ ਆਪਾਂ ਜਾਣਦੇ ਆ ਇਹਨਾਂ ਦੀਆਂ ਯੋਗਤਾਵਾਂ ਤੇ ਵੀ ਆਪਣਾ ਰਾਜ ਸਭਾ ਦੇ ਮੈਂਬਰ ਬਣਨ ਲਈ ਕਿਹੜੀਆਂ ਯੋਗਤਾਵਾਂ ਚਾਹੀਦੀਆਂ ਤੇ ਲੋਕ ਸਭਾ ਦੇ ਮੈਂਬਰ ਬਣਨ ਲਈ ਕਿਹੜੀਆਂ ਯੋਗਤਾਵਾਂ ਚਾਹੀਦੀਆਂ। ਇੱਕ ਚੀਜ਼ ਨੋਟ ਕਰ ਲਿਓ, ਸੌਰੀ। ਠੀਕ ਆ। ਜੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਰਾਜ ਸਭਾ ਦੀਆਂ ਵੱਧ ਤੋਂ ਵੱਧ ਸੀਟਾਂ ਕਿੰਨੀਆਂ ਹੋ ਸਕਦੀਆਂ ਵਾ? 250 ਹੋ ਸਕਦੀਆਂ। ਠੀਕ ਉਸੇ ਤਰ੍ਹਾਂ ਲੋਕ ਸਭਾ ਦੀਆਂ ਵੱਧ ਤੋਂ ਵੱਧ ਸੀਟਾਂ ਕਿੰਨੀਆਂ ਹੋ ਸਕਦੀਆਂ ਵਾ? ਵੱਧ ਤੋਂ ਵੱਧ ਕਿੰਨੀਆਂ ਹੋ ਸਕਦੀਆਂ ਵਾ? 550 ਹੋ ਸਕਦੀਆਂ, ਮਤਲਬ 550 ਹੋ ਸਕਦੀਆਂ, ਵੱਧ ਤੋਂ ਵੱਧ। ਜਿੱਦਾਂ ਮੈਂ ਤੁਹਾਨੂੰ ਰਾਜ ਸਭਾ ਦੀਆਂ ਵੱਧ ਤੋਂ ਵੱਧ ਦੱਸੀਆਂ, 530 ਜਿਹੜੇ ਰਾਜਾਂ ਤੋਂ ਚੁਣ ਕੇ ਆਉਣਗੇ, 20 ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹੋਣਗੇ। ਠੀਕ ਹੈ। ਤੇ ਜੇਕਰ ਮੌਜੂਦਾ ਪੁੱਛਿਆ ਜਾਣ ਲੋਕ ਸਭਾ ਦੀਆਂ ਮੌਜੂਦਾ ਮੈਂਬਰਾਂ ਦੀ ਗਿਣਤੀ ਕਿੰਨੀ ਆ? 543 ਆ। ਇਸ ਪੁਆਇੰਟ ਨੂੰ ਹਾਈਲਾਈਟ ਕਰ ਲਓ। ਸੌਰੀ ਮੈਂ ਪਹਿਲਾਂ ਭੁੱਲ ਗਈ, ਹੋ ਜਾਂਦਾ ਬਾਈ ਮਿਸਟੇਕ, ਪਰ ਮੈਂ ਠੀਕ ਹੈ ਇਹਨੂੰ ਨੋਟ ਕਰ ਲਓ ਤੁਸੀਂ। 543 ਆ ਮੌਜੂਦਾ। ਰਾਜ ਸਭਾ ਦੀਆਂ ਵੱਧ ਤੋਂ ਵੱਧ ਕਿੰਨੀਆਂ ਹੋ ਸਕਦੀਆਂ? 250। ਤੇ ਲੋਕ ਸਭਾ ਦੀਆਂ ਵੱਧ ਤੋਂ ਵੱਧ 550। ਮੌਜੂਦਾ ਇਹਦੀਆਂ ਕਿੰਨੀਆਂ ਹੈਗੀਆਂ ਵਾ? 543। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। ਹੁਣ ਆਪਾਂ ਜਾਣਦੇ ਆ ਇਹਨਾਂ ਦੀਆਂ ਯੋਗਤਾਵਾਂ ਤੇ। ਭਾਰਤ ਦਾ ਨਾਗਰਿਕ ਹੋਵੇ। ਠੀਕ ਆ। ਲਾਭਦਾਇਕ ਅਹੁਦੇ ਤੇ ਨਾ ਹੋਵੇ। ਸੰਸਦ ਜੋ ਵੀ ਯੋਗਤਾਵਾਂ ਨਿਰਧਾਰਿਤ ਕਰੇਗਾ ਸਮੇਂ ਸਿਰ ਉਹ ਵੀ ਸਾਰੀਆਂ ਰੱਖਦਾ ਹੋਵੇ ਤੇ ਪਾਗਲ ਜਾਂ ਦੀਵਾਲੀਆ ਨਾ ਹੋਵੇ। ਪਹਿਲਾ ਪੁਆਇੰਟ ਦੂਜਾ ਛੱਡ ਕੇ ਤੀਜਾ, ਚੌਥਾ, ਪੰਜਵਾਂ ਇਹ ਪੁਆਇੰਟ ਰਾਜ ਸਭਾ ਦੇ ਵਿੱਚ ਵੀ ਸੇਮ ਆ। ਠੀਕ ਆ। ਬਸ ਉਮਰ ਦਾ ਫਰਕ ਹੈ, ਯੋਗਤਾਵਾਂ ਦੇ ਵਿੱਚ ਕੋਈ ਫਰਕ ਨਹੀਂ ਆ। ਇੱਕੋ ਹੀ ਫਰਕ ਹੈ ਯੋਗਤਾਵਾਂ ਦੇ ਵਿੱਚ। ਲੋਕ ਸਭਾ ਦੇ ਮੈਂਬਰ ਬਣਨ ਲਈ ਉਮਰ 25 ਸਾਲ ਹੋਣੀ ਚਾਹੀਦੀ ਆ। ਰਾਜ ਸਭਾ ਦੇ ਮੈਂਬਰ ਲਈ ਉਮਰ ਕਿੰਨੀ ਹੋਣੀ ਚਾਹੀਦੀ ਆ? 30 ਸਾਲ ਹੋਣੀ ਚਾਹੀਦੀ ਆ। ਬਾਕੀ ਆਪਸ਼ਨਾਂ ਸੇਮ ਹੋਣਗੀਆਂ। ਜਿੱਦਾਂ ਭਾਰਤ ਦਾ ਨਾਗਰਿਕ ਲੋਕ ਸਭਾ ਲਈ ਹੋਵੇ ਉਦਾਂ ਹੀ ਰਾਜ ਸਭਾ ਲਈ। ਲਾਭਦਾਇਕ ਅਹੁਦੇ ਤੇ ਨਾ ਹੋਵੇ ਮਤਲਬ ਕੋਈ ਵੀ ਸਰਕਾਰੀ ਨੌਕਰੀ ਨਾ ਕਰਦਾ ਹੋਵੇ, ਇਹ ਚੀਜ਼ ਹੁੰਦੀ ਆ। ਲਾਭਦਾਇਕ ਅਹੁਦੇ ਦਾ ਮਤਲਬ ਇਹ ਥੋੜੀ ਹੋਊਗਾ ਵੀ ਇੱਕ ਬੰਦੇ ਅਗਲਾ ਗਵਰਨਮੈਂਟ ਜੌਬ ਕਰ ਰਿਹਾ, ਆਰਮੀ ਚ ਆ, ਪੁਲਿਸ ਚ ਆ, ਟੀਚਰ ਆ, ਕਿਸੇ ਵੀ ਮਹਿਕਮੇ ਚ, ਤੇ ਇੱਕ ਬੰਦੇ ਅਗਲਾ ਲੋਕ ਸਭਾ ਦਾ ਮੈਂਬਰ ਬਣਿਆ ਹੋਵੇ। ਏਦਾਂ ਹੋਇਆ ਕਦੀ? ਨਾ, ਏਦਾਂ ਨਹੀਂ ਹੋ ਸਕਦਾ। ਠੀਕ ਹੈ। ਜੇਕਰ ਉਹਨੇ ਮੈਂਬਰ ਬਣਨਾ ਤੇ ਪਹਿਲਾਂ ਉਹਨੂੰ ਰਿਜ਼ਾਈਨ ਦੇਣਾ ਪਊਗਾ ਆਪਦੀ ਕਿਸੇ ਜਿਹੜੇ ਵੀ ਅਹੁਦੇ ਤੇ ਲੱਗਾ। ਠੀਕ ਹੈ। ਤੇ ਇਹ ਪਹਿਲਾ ਪੁਆਇੰਟ, ਤੀਜਾ ਤੇ ਆਪਣਾ ਚੌਥਾ ਤੇ ਪੰਜਵਾਂ ਇਹ ਪੁਆਇੰਟ ਰਾਜ ਸਭਾ ਲਈ ਸੇਮ ਆ। ਬਸ ਇੱਕੋ ਹੀ ਪੁਆਇੰਟ ਇਹਨਾਂ ਦਾ ਵੱਖ ਆ। ਲੋਕ ਸਭਾ ਦਾ ਮੈਂਬਰ ਬਣਨ ਲਈ ਉਮਰ ਕਿੰਨੀ ਚਾਹੀਦੀ ਆ? 25 ਚਾਹੀਦੀ ਆ। ਰਾਜ ਸਭਾ ਦੇ ਮੈਂਬਰ ਬਣਨ ਲਈ ਉਮਰ ਕਿੰਨੀ ਚਾਹੀਦੀ ਆ? 30 ਸਾਲ ਚਾਹੀਦੀ ਆ। ਉਸ ਤੋਂ ਬਾਅਦ ਜਾਣੇ ਆਪਾਂ ਅਗਲੇ ਨੈਕਸਟ ਪੁਆਇੰਟ ਤੇ। ਉਸ ਤੋਂ ਬਾਅਦ ਆ ਜਾਓ ਚੋਣ ਵਿਧੀ ਤੇ। ਲੋਕ ਸਭਾ ਦੀ ਚੋਣ ਵਿਧੀ ਤੇ ਰਾਜ ਸਭਾ ਦੀ ਚੋਣ ਵਿਧੀ। ਲੋਕ ਸਭਾ ਦੀ ਜਿਹੜੀ ਚੋਣ ਆ ਉਹ ਬਾਲਗ ਮਤ ਅਧਿਕਾਰ ਤੇ ਕੀਤੀ ਜਾਂਦੀ ਆ। ਜਦੋਂ ਆਪਣੀ ਵੋਟ ਬਣੀ ਸੀ ਜਦੋਂ ਆਪਾਂ 21 ਸਾਲ ਦੇ ਹੋ ਗਏ ਸੀ ਉਦੋਂ ਆਪਣੀ ਵੋਟ ਬਣੀ ਸੀ। ਪਰ ਹੁਣ ਮੌਜੂਦਾ ਜਿਹੜਾ ਬੱਚਾ 18 ਸਾਲ ਦਾ ਹੋ ਜਾਂਦਾ ਉਹਦੀ ਵੋਟ ਬਣ ਜਾਂਦੀ ਆ ਕਿਉਂਕਿ 61 ਅਮੈਂਡਮੈਂਟ 1989 ਨਹੀਂ, ਹਾਂ ਠੀਕ ਆ। 61ਵੀਂ ਜਿਹੜੀ ਸੋਧ ਹੋਈ ਸੀ ਉਦੋਂ, ਜਿੱਦਾਂ ਹੁਣ ਆਪਣੇ ਮੰਮੀ ਡੈਡੀ ਆ ਹਨਾ, ਇਹਨਾਂ ਦੀ ਵੋਟ ਬਣੀ ਹੋਊਗੀ, ਆਪਾਂ ਨਹੀਂ, ਮੈਂ ਗਲਤੀ ਨਾਲ ਬੋਲ ਗਈ ਹਨਾ, ਪਤਾ ਨਹੀਂ ਕਿਉਂ, ਚਲੋ ਕੋਈ ਗੱਲ ਨਹੀਂ, ਸੌਰੀ ਹਨਾ।
ਜਦੋਂ ਆਪਣੇ ਮੰਮੀ ਡੈਡੀ ਸੀ ਹਨਾ, ਉਹਨਾਂ ਦੀ ਵੋਟ ਕਦੋਂ ਬਣੀ ਹੋਊਗੀ, ਜਦੋਂ ਉਹ 21 ਸਾਲ ਦੇ ਹੋਏ ਹੋਣਗੇ। ਪਰ ਆਪਣੀ ਵੋਟ ਕਦੋਂ ਬਣ ਗਈ ਸੀ, ਜਦੋਂ ਆਪਾਂ 18 ਸਾਲ ਦੇ ਹੋ ਗਏ ਸੀ, ਕਿਉਂਕਿ 61ਵੀਂ ਸੋਧ ਹੋਈ ਸੀ 1989 ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੇ ਵੋਟ ਪਾਉਣ ਦੀ ਉਮਰ 21 ਸਾਲ ਤੋਂ ਘਟਾ ਕੇ ਕਿੰਨੀ ਕਰਤੀ ਸੀ, 18 ਸਾਲ ਕੀਤੀ ਸੀ। ਹੁਣ ਇਹ ਤਾਂ ਆਪਣੀ ਮੰਮੀ ਹੋਣਾ ਤੋਂ ਵੀ ਫਿਰ ਪਹਿਲਾਂ, ਮਤਲਬ ਹਾਂ, ਜਿਨ੍ਹਾਂ ਦਾ ਬਰਥ ਹੋਇਆ ਹੋਊਗਾ ਨਾ 89 ਤੋਂ ਪਹਿਲਾਂ, 89 ਤੋਂ ਪਹਿਲਾਂ ਜਿਨ੍ਹਾਂ ਦਾ ਬਰਥ ਹੋਇਆ ਹੋਊਗਾ ਹਨਾ, 89 ਤੋਂ ਪਹਿਲਾਂ, ਉਹਨਾਂ ਦੀ ਵੋਟ ਕਦੋਂ ਬਣੀ ਹੋਊਗੀ, ਜਦੋਂ ਉਹ 21 ਸਾਲ ਦੇ ਹੋਏ। ਜਿਨ੍ਹਾਂ ਦਾ ਬਰਥ 89 ਤੋਂ ਬਾਅਦ ਹੋਇਆ, ਮੇਰਾ ਹੈਗਾ 94 ਦਾ, 95 ਦਾ ਹਨਾ, ਇੱਥੇ ਕ, ਤੇ ਜਿਨ੍ਹਾਂ ਦੀ ਹੈਗੀ ਆ 89 ਤੋਂ ਬਾਅਦ ਦੀ, ਉਹਨਾਂ ਦੀ ਉਮਰ, ਉਹਨਾਂ ਦੀ ਵੋਟ ਕਦੋਂ ਬਣੀ ਹੋਊਗੀ, ਜਦੋਂ 18 ਸਾਲ ਦੇ ਹੋਏ। ਠੀਕ ਆ, ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਆਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਆ, ਪੁੱਛਿਆ ਗਿਆ ਸਾਡੇ PSTET ਦੇ ਪੇਪਰ ਵਿੱਚ, ਆਹ ਚੀਜ਼ ਪੁੱਛੀ ਜਾ ਚੁੱਕੀ ਆ ਵੀ ਕਿਹੜੀ ਸੋਧ ਰਾਹੀਂ ਵੋਟ ਪਾਉਣ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਗਈ। ਉਹ ਹੈਗੀ ਸੀ 61ਵੀਂ ਸੋਧ 1989। ਤੇ ਲੋਕ ਸਭਾ ਦੀ ਚੋਣ ਵਿਧੀ ਜਿਹੜੀ ਆ ਪ੍ਰਤੱਖ ਚੋਣ ਵਿਧੀ ਰਾਹੀਂ ਹੁੰਦੀ ਆ। ਮਤਲਬ ਅਸੀਂ ਕੀ ਕਰਦੇ ਆ, ਚੋਣ ਰਾਹੀਂ, ਜਾਂ ਐਂ ਕਹਿ ਲਓ ਵੀ ਵੋਟਾਂ ਪਾ ਕੇ ਅਸੀਂ ਆਪਣਾ ਉਮੀਦਵਾਰ ਆਪ ਚੁਣਦੇ ਆ। ਅਸੀਂ ਕੀ ਕਰਦੇ ਆ, ਵੋਟਾਂ ਪਾ ਕੇ ਆਪਣਾ ਉਮੀਦਵਾਰ ਕੀ ਕਰਦੇ ਆ, ਆਪ ਚੁਣਦੇ ਆ। ਤੇ ਰਾਜ ਸਭਾ ਦੀ ਚੋਣ ਵਿਧੀ ਗੱਲ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਜਦੋਂ ਪਤਾ ਹੀ ਲੱਗ ਗਿਆ ਵੀ ਅਪ੍ਰਤੱਖ ਵਿਧੀ ਨਾਲ ਜਿਹੜੀ ਆ ਚੋਣ ਹੁੰਦੀ ਆ। ਹੁਣ ਜਿਨ੍ਹਾਂ ਨੂੰ ਅਪ੍ਰਤੱਖ ਵਿਧੀ ਦਾ ਨਹੀਂ ਪਤਾ, ਤੇ ਪਲੇ ਲਿਸਟ ਬਣੀ ਆ, ਪਹਿਲੀਆਂ ਕਲਾਸਾਂ ਚੈੱਕ ਕਰਕੇ ਆਓ, ਅਪ੍ਰਤੱਖ ਵਿਧੀ ਦੇ ਵਿੱਚ ਕਿਸ ਤਰ੍ਹਾਂ ਚੋਣ ਹੁੰਦੀ ਆ, ਇਹ ਕਿਹੜੀ ਚੋਣ ਵਿਧੀ ਆ, ਇਹ ਮੈਂ ਆਪਣੀਆਂ ਪਹਿਲੀਆਂ ਕਲਾਸਾਂ 'ਚ ਕਰਵਾ ਚੁੱਕੀ ਆ। ਤੇ ਬਾਰ-ਬਾਰ ਕਰਾ ਕੇ ਨਾ ਤੇ ਮੈਂ ਆਪਣਾ ਟਾਈਮ ਵੇਸਟ ਕਰਨਾ, ਤੇ ਨਾ ਹੀ ਮੈਂ ਤੁਹਾਡਾ ਕਰਨਾ। ਠੀਕ ਆ, ਸੋ ਹੁਣ ਆਪਾਂ ਜਾਂਦੇ ਆ ਅਗਲੇ ਪੁਆਇੰਟ ਤੇ, ਕਾਰਜਕਾਲ ਤੇ। ਠੀਕ ਆ, ਉਸ ਤੋਂ ਬਾਅਦ ਆ ਜਾਓ ਕਾਰਜਕਾਲ ਤੇ। ਲੋਕ ਸਭਾ ਦੇ ਕਾਰਜਕਾਲ ਦੀ ਗੱਲ ਆਪਾਂ ਪਹਿਲਾਂ ਵੀ ਕਰ ਗਏ, ਕਿਉਂਕਿ ਜਦੋਂ ਆਪਾਂ ਸੀਟਾਂ ਦੀ ਗੱਲ ਕੀਤੀ ਸੀ। 42ਵੀਂ ਜਿਹੜੀ ਸੋਧ ਹੋਈ 1976 ਹਨਾ, ਇਹਦੇ ਤਹਿਤ ਜਿਹੜਾ ਸੀਗਾ ਇਹਨਾਂ ਨੇ ਕਾਰਜਕਾਲ ਕੀਤਾ ਸੀਗਾ। ਇੱਕ ਮਿੰਟ ਵੇਟ ਕਰਨਾ ਜਰਾ। ਹਾਂ 6 ਸਾਲ। ਮੈਂ ਤੁਹਾਨੂੰ ਦੱਸਦੀ ਹਾਂ। ਇਹ ਤੇ ਮੈਂਬਰਾਂ ਦੀ ਗੱਲ ਹੋ ਗਈ ਨਾ, ਗਲਤ ਹੋ ਚੱਲਿਆ ਸੀ। ਇੱਕ ਮਿੰਟ। ਦੇਖੋ, ਜਦੋਂ ਮੈਂ ਤੁਹਾਨੂੰ ਲੋਕ ਸਭਾ ਦੀ ਗੱਲ, ਕਾਰਜਕਾਲ ਦੀ ਗੱਲ ਦੱਸੀ, ਮੈਂ ਤੁਹਾਨੂੰ ਕਿਹਾ ਸੀ ਵੀ ਜਦੋਂ ਕੋਈ ਐਮਰਜੈਂਸੀ ਲੱਗਣੀ ਆ, ਐਮਰਜੈਂਸੀ ਦੇ ਦੌਰਾਨ ਜਿਹੜਾ ਕਾਰਜਕਾਲ ਆ ਉਹ ਕਿੰਨਾ ਸਮਾਂ ਵਧਾਇਆ ਜਾ ਸਕਦਾ, 1 ਸਾਲ। ਇਹ ਚੀਜ਼ ਮੈਂ ਤੁਹਾਨੂੰ ਪਿੱਛੇ ਦੱਸ ਕੇ ਗਈ, ਉਹਦਾ ਕਰਕੇ ਭੁਲੇਖਾ ਪੈ ਗਿਆ ਮੈਨੂੰ। ਐਮਰਜੈਂਸੀ ਕੋਈ ਵੀ ਲੱਗਣੀ ਹੈ ਸਾਡੇ ਭਾਰਤ ਦੇ ਵਿੱਚ, ਉਹਦੇ ਦੌਰਾਨ ਸਾਡਾ 1 ਸਾਲ ਕਾਰਜਕਾਲ ਵੱਧ ਸਕਦਾ। ਮਤਲਬ ਇਹ ਆਵੇ, ਰਾਸ਼ਟਰੀ ਸੰਕਟ ਕਾਲ ਦੌਰਾਨ ਜਿਹੜਾ ਵਾ ਨੈਸ਼ਨਲ ਐਮਰਜੈਂਸੀ। ਠੀਕ ਆ, ਨਾਲ ਐਮਰਜੈਂਸੀ ਕਿਹੜੀ ਆ, ਕਿਉਂਕਿ ਐਮਰਜੈਂਸੀ ਵੀ ਜਿਹੜੀ ਆ ਉਹ ਕਈ ਪ੍ਰਕਾਰ ਦੀ, ਨੈਸ਼ਨਲ ਐਮਰਜੈਂਸੀ ਆ, ਫਾਈਨੈਂਸ਼ੀਅਲ ਐਮਰਜੈਂਸੀ ਆ, ਇਹ ਐਮਰਜੈਂਸੀਆਂ ਮੈਂ ਤੁਹਾਨੂੰ ਕਰਵਾਉਂਗੀ। ਨੈਸ਼ਨਲ ਐਮਰਜੈਂਸੀ ਜਿਹੜੀ ਆ ਇਹ ਜਦੋਂ ਲੱਗੂਗੀ ਤਾਂ ਲੋਕ ਸਭਾ ਦਾ ਕਾਰਜਕਾਲ 1 ਸਾਲ ਲਈ ਵਧਾਇਆ ਜਾ ਸਕਦਾ। ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਆ। ਉਸ ਤੋਂ ਬਾਅਦ ਰਾਸ਼ਟਰਪਤੀ ਲੋਕ ਸਭਾ ਨੂੰ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਭੰਗ ਕਰ ਸਕਦਾ। ਰਾਸ਼ਟਰਪਤੀ ਚਾਹਵੇ ਤਾਂ 5 ਸਾਲ ਤੋਂ ਪਹਿਲਾਂ ਵੀ ਇਹਦਾ ਜਿਹੜਾ ਕਾਰਜਕਾਲ ਆ ਉਹ ਭੰਗ ਕਰ ਸਕਦਾ। ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਵੀ ਇਹ 6 ਵਾਰ ਹੋ ਚੁੱਕਾ ਵਾ। 6 ਵਾਰ ਰਾਸ਼ਟਰਪਤੀ ਨੇ ਏਦਾਂ ਕਰਤਾ ਵੀ ਜਦੋਂ ਲੋਕ ਸਭਾ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਭੰਗ ਕੀਤਾ ਗਿਆ। ਤੇ ਫਿਰ ਜਦੋਂ 6 ਵਾਰੀ ਇਹਦਾ ਮਤਲਬ ਹੋਇਆ ਵਾ, ਤੇ ਫਿਰ ਸਾਨੂੰ ਉਹ ਵਾਲਾ ਟਾਈਮ ਪੀਰੀਅਡ ਯਾਦ ਰੱਖਣਾ ਬਹੁਤ ਜ਼ਰੂਰੀ ਆ। 1970 ਵਿੱਚ ਰਾਸ਼ਟਰਪਤੀ ਨੇ ਲੋਕ ਸਭਾ ਨੂੰ ਭੰਗ ਕੀਤਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ। 1979 ਦੇ ਵਿੱਚ, 1991 ਦੇ ਵਿੱਚ, 1997 ਦੇ ਵਿੱਚ, 1999 ਦੇ ਵਿੱਚ ਤੇ 2004 ਦੇ ਵਿੱਚ। ਹੁਣ ਇਹ ਸਾਲ ਤੁਹਾਨੂੰ ਯਾਦ ਰੱਖਣੇ ਪੈਣੇ ਆ। ਜੇਕਰ ਨਹੀਂ ਯਾਦ ਰਹਿੰਦੇ, ਭੁੱਲਦੇ ਆ, ਤੇ ਇੱਥੋਂ ਹਿਸਾਬ ਲਾ ਲਓ ਕਿਸੇ ਦਾ ਬਰਥ ਹੋਇਆ ਹੋਵੇ, ਕੋਈ ਬਰਥ ਲਾ ਲਓ ਵੀ 97 ਚ ਕਿਸੇ ਦਾ, ਤੁਹਾਡੇ ਘਰ ਚੋਂ ਕਿਸੇ ਦਾ ਬਰਥ ਹੋਇਆ ਹੋਵੇ, 91 ਚ ਮੰਮੀ ਡੈਡੀ ਲਾ ਲਓ, 1979, 1999, 2004, ਕਿਸੇ ਦਾ ਵੀ ਪਰਿਵਾਰ ਦੇ ਵਿੱਚ 4-5 ਜੀ ਤਾਂ ਹੁੰਦੇ ਹੀ ਆ, ਉਹਨਾਂ ਦਾ ਬਰਥ ਡੇਟ ਪੁੱਛ ਲਓ, ਬਰਥ ਸਾਲ ਹਨਾ, ਤੇ ਉਸ ਹਿਸਾਬ ਦੇ ਨਾਲ ਯਾਦ ਰੱਖ ਲਿਓ। ਏਦਾਂ ਕੋਰਿਲੇਟ ਕਰਕੇ ਚੀਜ਼ਾਂ ਨੂੰ ਯਾਦ ਰੱਖ ਲਿਓ। ਉਸ ਤੋਂ ਬਾਅਦ ਆ ਜਾਓ ਰਾਜ ਸਭਾ ਦੇ ਕਾਰਜਕਾਲ ਤੇ। ਧਿਆਨ ਦੇ ਵਿੱਚ ਰੱਖਿਓ, ਰਾਜ ਸਭਾ ਦਾ ਕਾਰਜਕਾਲ 6 ਸਾਲ ਆ।
1/3 ਹਿੱਸਾ ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਆ। ਇਹੀ ਇਹਦਾ ਹਾਈਲਾਈਟ ਪੁਆਇੰਟ ਆ ਰਾਜ ਸਭਾ ਦਾ। ਉਸ ਤੋਂ ਬਾਅਦ ਆਪਾਂ ਜਾਣੇ ਆ ਅਗਲੇ ਨੈਕਸਟ ਪੁਆਇੰਟ ਤੇ। ਜੇਕਰ ਪੁੱਛਿਆ ਜਾਵੇ ਵੀ ਲੋਕ ਸਭਾ ਦਾ ਸਭਾਪਤੀ ਕੌਣ ਹੁੰਦਾ ਵਾ, ਲੋਕ ਸਭਾ ਦਾ ਸਭਾਪਤੀ ਹੁੰਦਾ ਵਾ ਸਪੀਕਰ, ਜਾਂ ਸਭਾਪਤੀ ਆ ਲਿਖਿਆ ਆ ਸਕਦਾ, ਠੀਕ ਆ, ਤੇ ਚੇਅਰਮੈਨ ਲਿਖਿਆ ਆ ਸਕਦਾ ਵਾ। ਕੌਣ ਹੁੰਦਾ ਵਾ? ਸਪੀਕਰ ਹੁੰਦਾ ਵਾ। ਜੇਕਰ ਸਪੀਕਰ ਗੈਰ ਹਾਜ਼ਰ ਆ ਤਾਂ ਸਪੀਕਰ ਦੇ ਥਾਂ ਤੇ ਭੂਮਿਕਾ ਕੌਣ ਨਿਭਾ ਸਕਦਾ ਵਾ? ਡਿਪਟੀ ਸਪੀਕਰ। ਇਹ ਸਪੀਕਰ ਤੇ ਡਿਪਟੀ ਸਪੀਕਰ ਜਿਹੜੇ ਆ ਇਹ ਕੋਈ ਵੱਖਰੇ ਨਹੀਂ ਹੁੰਦੇ। ਜਿਹੜੇ ਲੋਕ ਸਭਾ ਦੇ ਵਿੱਚ ਜਿਹੜੇ ਮੈਂਬਰ ਜਿਹੜੇ ਚੁਣੇ ਜਾਂਦੇ ਆ, ਉਹਨਾਂ ਮੈਂਬਰ ਹੀ ਅੱਗੋਂ ਆਪਣੇ ਵਿੱਚੋਂ ਸਪੀਕਰ ਤੇ ਡਿਪਟੀ ਸਪੀਕਰ ਦੀ ਕੀ ਕਰ ਲੈਂਦੇ ਨੇ? ਚੋਣ ਕਰ ਲੈਂਦੇ ਨੇ। ਅਗਲੀ ਵੀਡੀਓ ਆਪਣੀ ਸਪੀਕਰ ਦੇ ਬਾਰੇ ਹੋਊਗੀ। ਸਪੀਕਰ ਜਿਹੜਾ ਨਾ ਲੋਕ ਸਭਾ ਦਾ ਸਪੀਕਰ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਅਹੁਦਾ ਵਾ ਤੇ ਇਹਦੀ ਕਿੱਦਾਂ ਇਹਦੀ ਚੋਣ ਹੁੰਦੀ ਆ, ਕੀ ਇਹਦਾ ਸਿਸਟਮ, ਕੀ ਇਹਦੀ ਭੂਮਿਕਾ, ਕੀ ਇਹ ਕੰਮ ਕਰਦਾ, ਸਾਰਾ ਅਗਲੀ ਵੀਡੀਓ ਦੇ ਵਿੱਚ ਕਰਵਾਉਂਗੀ ਕਿਉਂਕਿ ਕਲਾਸ ਫਿਰ ਜ਼ਿਆਦਾ ਲੰਬੀ ਹੋਊਗੀ। ਸਪੀਕਰ ਦੇ ਬਾਰੇ ਅੱਗੋਂ ਕਰਨ ਲੱਗ ਪਏ ਡਿਟੇਲ ਦੇ ਨਾਲ ਫਿਰ ਲੰਬੀ ਹੋ ਜੂ ਕਿਉਂਕਿ ਆਪਣਾ ਟੌਪਿਕ ਕੀ ਹੈ? ਲੋਕ ਸਭਾ ਤੇ ਰਾਜ ਸਭਾ ਸੰਸਦ, ਠੀਕ ਆ। ਜਿੱਦਾਂ ਲੋਕ ਸਭਾ ਦਾ ਸਭਾਪਤੀ ਸਪੀਕਰ ਹੁੰਦਾ ਵਾ, ਜਿਹੜਾ ਲੋਕ ਸਭਾ ਦਾ ਚੇਅਰਮੈਨ ਹੁੰਦਾ ਵਾ ਇਹ, ਠੀਕ ਆ, ਸਪੀਕਰ। ਤੇ ਰਾਜ ਸਭਾ ਦਾ ਸਭਾਪਤੀ ਕੌਣ ਹੁੰਦਾ ਵਾ? ਉਪ ਰਾਸ਼ਟਰਪਤੀ। ਯਾਦ ਕਰੋ ਜਦੋਂ ਉਪ ਰਾਸ਼ਟਰਪਤੀ ਵਾਲਾ ਟੌਪਿਕ ਮੈਂ ਤੁਹਾਨੂੰ ਕਰਵਾਇਆ ਸੀ, ਇਹ ਕੰਟੈਂਟ ਮੈਂ ਤੁਹਾਨੂੰ ਪਹਿਲਾਂ ਵੀ ਕਰਵਾ ਚੁੱਕੀ ਆ। ਰਾਜ ਸਭਾ ਦਾ ਸਭਾਪਤੀ ਕੌਣ ਹੁੰਦਾ ਵਾ? ਉਪ ਰਾਸ਼ਟਰਪਤੀ ਹੁੰਦਾ ਵਾ। ਜੇਕਰ ਇਹਨੇ ਅਸਤੀਫਾ ਦੇਣਾ, ਇਹ ਆਪਣਾ ਅਸਤੀਫਾ ਕਿਹਨੂੰ ਦਊਗਾ? ਰਾਸ਼ਟਰਪਤੀ ਨੂੰ। ਇਹ ਦੋਨੋਂ ਹੀ ਕੁਐਸਚਨ ਸਾਡੇ ਪੀਐਸਟੀਡੀ ਦੇ ਵਿੱਚ ਪੁੱਛੇ ਜਾ ਚੁੱਕੇ ਆ। ਰਾਜ ਸਭਾ ਦਾ ਚੇਅਰਮੈਨ ਉਪ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਅਸਤੀਫਾ ਕਿਹਨੂੰ ਦਿੰਦਾ ਵਾ? ਰਾਸ਼ਟਰਪਤੀ ਨੂੰ। ਤੇ ਸਹੁੰ ਵੀ ਰਾਸ਼ਟਰਪਤੀ ਦੇ ਸਾਹਮਣੇ ਚੁੱਕਦਾ। ਇਹ ਦੋਨੋਂ ਪੁਆਇੰਟ ਧਿਆਨ ਦੇ ਵਿੱਚ ਰੱਖਿਓ। ਹੁਣ ਜਿਹੜਾ ਮੇਨ ਇੰਪੋਰਟੈਂਟ ਪੁਆਇੰਟ ਆ ਉਹ ਇਹ ਆ, ਮੈਂ ਤੁਹਾਨੂੰ ਦੱਸ ਕੇ ਗਈ ਵੀ ਰਾਜ ਸਭਾ ਜਿਹੜੀ ਆ ਸਾਡਾ ਕਮਜ਼ੋਰ ਸਦਨ ਆ ਕਿਉਂਕਿ ਇੱਥੇ ਕੋਈ ਜਿੱਤੀ ਹੋਈ ਪਾਰਟੀ ਦੀ ਕਦੀ ਸਰਕਾਰ ਨਹੀਂ ਬਣਨੀ, ਨਾ ਹੀ ਇਹਨੂੰ ਭੰਗ ਕੀਤਾ ਜਾ ਸਕਦਾ। ਤੇ ਇਹਦਾ ਮਤਲਬ ਇਹ ਨਹੀਂ ਮੰਨ ਕੇ ਚੱਲਣਾ ਬਿਲਕੁਲ ਹੀ, ਹਾਂ ਠੀਕ ਆ ਆਪਾਂ ਮੰਨਦੇ ਆ ਵੀ ਰਾਜ ਸਭਾ ਦੇ ਕੋਲ ਕੋਈ ਸ਼ਕਤੀ ਨਹੀਂ ਹੈਗੀ, ਸਾਰੀਆਂ ਜ਼ਿਆਦਾਤਰ ਸ਼ਕਤੀਆਂ ਲੋਕ ਸਭਾ ਦੇ ਕੋਲ ਹੀ ਆ, ਪਰ 2 ਆਰਟੀਕਲ ਹੈਗੇ ਆ ਇਦਾਂ ਦੇ ਜਿਹੜੇ ਰਾਜ ਸਭਾ ਨੂੰ ਕੁਝ ਵਿਸ਼ੇਸ਼ ਸ਼ਕਤੀਆਂ ਦਿੰਦੇ ਆ। ਇਹੋ ਹੀ ਚੀਜ਼ਾਂ ਤਾਂ ਸਾਡੇ ਲਈ ਇੰਪੋਰਟੈਂਟ ਆ। ਕਿਹੜੇ 2 ਆਰਟੀਕਲ ਆ ਜਿਹੜੇ ਰਾਜ ਸਭਾ, ਜਿਹੜਾ ਕਿ ਸਾਡਾ ਕਮਜ਼ੋਰ ਸਦਨ ਆ, ਇਹਨੂੰ ਕੋਈ ਵਿਸ਼ੇਸ਼ ਸ਼ਕਤੀਆਂ ਪ੍ਰਦਾਨ ਕਰਦੇ ਆ? ਆਰਟੀਕਲ 312 ਤੇ ਆਰਟੀਕਲ 249। ਇਦਾਂ ਇਹ ਉਹ 2 ਆਰਟੀਕਲ ਆ ਜਿਹੜੇ ਸਾਡੀ ਰਾਜ ਸਭਾ ਨੂੰ ਵਿਸ਼ੇਸ਼ ਸ਼ਕਤੀਆਂ ਪ੍ਰਦਾਨ ਕਰਦੇ ਆ। ਜੇਕਰ 312 ਦੇ ਤਹਿਤ ਪੁੱਛਿਆ ਜਾਵੇ 312 ਆਰਟੀਕਲ ਦੇ ਤਹਿਤ ਸਰਵ ਭਾਰਤੀ ਸੇਵਾਵਾਂ ਨਿਯੁਕਤ ਜਿਹੜੀਆਂ ਸਾਡੀਆਂ ਆਰਮੀ ਵਗੈਰਾ ਇਦਾਂ ਦੇ ਕੋਈ ਜਿਹੜੇ ਅਹੁਦੇ ਹੁੰਦੇ ਉਹ ਸਰਵ ਭਾਰਤੀ ਸੇਵਾਵਾਂ ਦੀ ਨਿਯੁਕਤੀ ਕਰ ਸਕਦੀ ਆ ਰਾਜ ਸਭਾ। 249 ਆਰਟੀਕਲ ਨੂੰ ਵਰਤ ਕੇ 2/3 ਠੀਕ ਆ 2/3 ਬਹੁਸੰਮਤੀ ਦੇ ਨਾਲ ਕਾਨੂੰਨ ਬਣਾਉਣ ਦਾ ਅਧਿਕਾਰ ਕਿਹਨੂੰ ਦੇ ਸਕਦੀ ਆ? ਸੰਘੀ ਸੰਸਦ ਨੂੰ ਦੇ ਸਕਦੀ ਆ। ਸੰਘੀ ਢਾਂਚੇ ਦਾ ਮਤਲਬ ਪਤਾ ਨਾ? ਸੰਘੀ ਸੰਸਦ ਦਾ ਵਿਧਾਨ ਪਾਲਿਕਾ ਕਾਨੂੰਨ ਬਣਾਉਂਦੀ ਆ, ਕਾਰਜਪਾਲਿਕਾ ਲਾਗੂ ਕਰਦੀ ਆ, ਨਿਆਂਪਾਲਿਕਾ ਨਿਆਂ ਕਰਦੀ ਆ, ਇਹ ਚੀਜ਼ ਆ, ਠੀਕ ਆ। ਤੇ ਜੇਕਰ ਰਾਜ ਸਭਾ ਦੇ ਵਿੱਚੋਂ ਇੰਨੀ ਬਹੁਸੰਮਤੀ ਮਿਲ ਜਾਂਦੀ ਆ ਤੇ ਉਹ ਕਾਨੂੰਨ ਬਣਾਉਣ ਦਾ ਅਧਿਕਾਰ ਦੇ ਸਕਦੀ ਆ। ਕਿਹਨੂੰ ਦੇ ਸਕਦੀ ਆ? ਸੰਘੀ ਸੰਸਦ ਨੂੰ ਦੇ ਸਕਦੀ ਆ। ਸੋ ਇਹ ਰਾਜ ਸਭਾ ਦੀਆਂ 2 ਪਾਵਰ, ਕਿਉਂਕਿ ਉਦਾਂ ਦਾ ਮੈਂ ਤੁਹਾਨੂੰ ਦੱਸਿਆ ਓਵਰਆਲ ਵੀ ਰਾਜ ਸਭਾ ਕਮਜ਼ੋਰ ਸਦਨ ਆ, ਇੱਥੇ ਜਿੱਤੀ ਹੋਈ ਪਾਰਟੀ ਦੀ ਕਦੀ ਸਰਕਾਰ ਨਹੀਂ ਬਣਦੀ, ਪਰ ਆਹ 2 ਆਰਟੀਕਲ ਦੇ ਤਹਿਤ ਇਹਦੇ ਕੋਲ 2 ਪਾਵਰ ਹੈਗੀਆਂ ਰਾਜ ਸਭਾ ਦੇ ਕੋਲ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। ਰਾਜ ਸਭਾ ਦੇ ਜਿਹੜੇ ਮੈਂਬਰ ਆ ਉਹਨਾਂ ਨੂੰ ਅਸੀਂ MLA ਕਹਿੰਦੇ ਆ, ਲੋਕ ਸਭਾ ਦੇ ਮੈਂਬਰਾਂ ਨੂੰ ਅਸੀਂ ਕੀ ਕਹਿੰਦੇ ਆ? MP ਕਹਿੰਦੇ ਆ। ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਿਓ, ਠੀਕ ਆ। ਮੈਂਬਰ ਆਫ ਪਾਰਲੀਮੈਂਟ, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਇਹਦੀ ਫੁੱਲ ਫਾਰਮ ਹੈ। MLA ਦੀ ਫੁੱਲ ਫਾਰਮ ਕੀ ਆ? ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ। ਤੇ ਇਹਦੀ ਫੁੱਲ ਫਾਰਮ ਕੀ ਆ? ਮੈਂਬਰ ਆਫ ਪਾਰਲੀਮੈਂਟ। ਲੋਕ ਸਭਾ ਦੇ ਮੈਂਬਰ MP, ਰਾਜ ਸਭਾ ਦੇ ਮੈਂਬਰ MLA, ਠੀਕ ਆ। ਸੋ ਸਾਰਾ ਡਾਟਾ ਫਿਨਿਸ਼ ਹੋ ਗਿਆ। ਉਹ ਨਾ ਇੱਕ ਵਾਰੀ ਥੋੜੀ ਜਿਹੀ ਚੀਜ਼ ਲਿਖ ਲਓ ਵੀ ਲੋਕ ਸਭਾ ਦੇ ਵਿੱਚ ਸਾਡੀ ਜਿਹੜੀਆਂ ਲਾਗੇ ਦੀਆਂ ਸਾਡੀਆਂ ਨੇਬਰ ਸਟੇਟ ਆ ਤੇ ਸਾਡੇ ਪੰਜਾਬ ਦੀਆਂ ਕਿੰਨੀਆਂ ਸਟੇਟ ਆ, ਸਾਡੇ ਪੰਜਾਬ ਦੀਆਂ ਕਿੰਨੀਆਂ ਸੀਟਾਂ ਆ, ਠੀਕ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ। ਜੇਕਰ ਪੰਜਾਬ ਦੇ ਵਿੱਚੋਂ ਸੀਟਾਂ ਪੁੱਛੀਆਂ ਜਾਣ ਤੇ 13 ਸੀਟਾਂ ਵਾ। ਲੋਕ ਸਭਾ ਦੀ ਗੱਲ ਹੋ ਰਹੀ ਆ, ਠੀਕ ਆ। ਲੋਕ ਸਭਾ ਦੇ ਵਿੱਚ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਸੀਟਾਂ ਵਾ ਉਹ 13 ਵਾ। ਇਸ ਕਰਕੇ ਪੰਜਾਬ ਦੀਆਂ ਜਿਹੜੀਆਂ ਨੇਬਰ ਸਟੇਟ ਆ ਉਹਨਾਂ ਦੀਆਂ ਵੀ ਸੀਟਾਂ ਯਾਦ ਰੱਖਣੀਆਂ ਬਹੁਤ ਜ਼ਰੂਰੀ ਹੈ, ਪੁੱਛੀਆਂ ਜਾ ਸਕਦੀਆਂ। ਰਾਜਸਥਾਨ ਦੀਆਂ 25 ਆ, ਹਰਿਆਣਾ ਦੀਆਂ 10 ਆ, ਹਿਮਾਚਲ ਦੀਆਂ 4 ਆ, UP ਦੀਆਂ
80 ਆ ਰਾਜਸਥਾਨ ਦੀਆਂ 80 ਕਿਉਂ ਆ ਇਹ ਵੀ ਮੈਂ ਤੁਹਾਨੂੰ ਦੱਸੂਗੀ ਸਭ ਤੋਂ ਜ਼ਿਆਦਾ ਕਿਉਂ ਆ। ਮਹਾਰਾਸ਼ਟਰ ਦੀਆਂ 48 ਆ, ਪੱਛਮੀ ਬੰਗਾਲ ਦੀਆਂ 42 ਆ, ਬਿਹਾਰ ਦੀਆਂ 40 ਆ। 40 42 48 ਮਹਾਰਾਸ਼ਟਰ ਪੱਛਮੀ ਬੰਗਾਲ ਏਦਾਂ ਕਰਕੇ ਯਾਦ ਰੱਖ ਲਿਓ। ਮਹਾਰਾਸ਼ਟਰ ਦੀਆਂ 48, ਪੱਛਮੀ ਬੰਗਾਲ ਦੀਆਂ 42, ਬਿਹਾਰ ਦੀਆਂ 40 ਤੇ ਰਾਜਸਥਾਨ ਦੀਆਂ 25, ਹਰਿਆਣਾ ਦੀਆਂ 10, ਹਿਮਾਚਲ ਦੀਆਂ 4 ਤੇ ਉੱਤਰ ਪ੍ਰਦੇਸ਼ ਯੂਪੀ ਦੀਆਂ 80। ਹੁਣ 80 ਕਿਉਂ? ਕਿਉਂਕਿ ਉੱਤਰ ਪ੍ਰਦੇਸ਼ ਕੀ ਆ ਪਾਪੂਲੇਸ਼ਨ ਦੇ ਅਕੋਰਡਿੰਗ ਕੀ ਆ, ਪਾਪੂਲੇਸ਼ਨ ਦੇ ਅਕੋਰਡਿੰਗ ਸਭ ਤੋਂ ਵੱਡੀ ਸਟੇਟ ਆ। ਸਮਝ ਲੱਗੀ? ਜਿੱਥੇ ਪਾਪੂਲੇਸ਼ਨ ਜ਼ਿਆਦਾ ਹੋਊਗੀ ਉੱਥੇ ਕੀ ਹੋਊਗਾ, ਸੀਟਾਂ ਵੀ ਓਨੀਆਂ ਹੀ ਜ਼ਿਆਦਾ ਹੋਣਗੀਆਂ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਤੁਸੀਂ ਆ ਜਾਓ, ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਉਹ ਕਿਹੜੀਆਂ 3 ਸਟੇਟ ਆ ਜਿੱਥੋਂ ਲੋਕ ਸਭਾ ਦੇ ਮੈਂਬਰਾਂ ਲਈ ਸਿਰਫ ਇੱਕ ਸੀਟ ਆ। ਸਿੱਕਮ ਦੀ ਸਿਰਫ 1 ਸੀਟ ਆ। ਨਾਗਾਲੈਂਡ ਦੀ ਵੀ 1 ਸੀਟ ਆ, ਠੀਕ ਆ। ਤੇ ਆਪਣੀ ਮਿਜ਼ੋਰਮ ਦੀ ਵੀ 1 ਸੀਟ ਆ। ਬਸ ਇਸ ਤੋਂ ਬਾਹਰ ਲੋਕ ਸਭਾ ਰਾਜ ਸਭਾ ਦੇ ਬਾਰੇ ਤੁਹਾਨੂੰ ਬਾਹਰ ਕੁਐਸਚਨ ਨਹੀਂ ਆਉਂਦਾ। ਰਾਜ ਸਭਾ ਦੇ ਵਿੱਚ ਸਾਡੀਆਂ ਪੰਜਾਬ ਦੀਆਂ ਕਿੰਨੀਆਂ ਸੀਟਾਂ ਵਾ? 7 ਸੀਟਾਂ ਵਾ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਠੀਕ ਆ। ਜੇਕਰ ਪੁੱਛਿਆ ਜਾਵੇ ਵੀ ਮੌਜੂਦਾ ਲੋਕ ਸਭਾ ਕਿੰਨਵੀਂ ਆ? 17ਵੀਂ ਆ। ਮੌਜੂਦਾ ਲੋਕ ਸਭਾ ਕਿੰਨਵੀਂ ਆ? 17ਵੀਂ ਆ। 2019 ਤੋਂ ਬਣੀ ਸੀ, ਕਦੋਂ ਤੱਕ? 2024 ਤੱਕ। ਤੇ ਚੋਣ ਜਾਬਤਾ ਬਸ ਲੱਗ ਗਿਆ ਸਮਝੋ, ਹਨਾ। ਹੁਣ ਲੋਕ ਸਭਾ ਹੁਣ ਜਿਹੜੀ ਸਾਡੀ ਹੁਣ ਜਿਹੜੀਆਂ ਇਲੈਕਸ਼ਨ ਆਈ ਆ, ਇਹ ਕਿਹੜੀ ਇਲੈਕਸ਼ਨ ਆ? ਲੋਕ ਸਭਾ ਦੀ ਇਲੈਕਸ਼ਨ ਆ। ਕਿਉਂਕਿ 17ਵੀਂ ਲੋਕ ਸਭਾ ਕਿਹੜੀ ਸੀ? 2019 ਤੋਂ ਲੈ ਕੇ 2024 ਤੱਕ ਹੀ ਹੁਣ ਖਤਮ ਹੋਣ ਵਾਲੀ ਆ ਇਹ ਵਾਲੀ ਲੋਕ ਸਭਾ। ਹੁਣ ਕਿਹੜੀ ਆਉਣ ਵਾਲੀ ਆ? 18ਵੀਂ ਆਉਣ ਵਾਲੀ ਆ। ਵੇਖਾਂਗੇ ਫਿਰ ਕਿਹਦੀ ਸਰਕਾਰ ਬਣਦੀ ਆ, ਕਿੱਦਾਂ ਵੋਟਾਂ ਪੈਂਦੀਆਂ, ਬੜਾ ਸਾਰਾ ਕੁਝ ਮਤਲਬ ਕਹਿ ਲਓ ਵੀ ਦੱਸੂਗੀ ਮੈਂ ਤੁਹਾਨੂੰ ਸਾਰਾ। ਹੁਣ ਬਹੁਤ ਜ਼ਿਆਦਾ ਸਿਸਟਮ ਕਾਫੀ ਚੇਂਜਸ ਆਏ ਆ, ਸਾਰਾ ਕੁਝ ਮੈਂ ਤੁਹਾਨੂੰ ਕਰਵਾਉਂਗੀ। ਜਿਹੜੀ ਸਾਡੀ ਹੁਣ ਜਿਹੜੀ ਖਤਮ ਹੋਣ ਵਾਲੀ ਲੋਕ ਸਭਾ ਇਹ 17ਵੀਂ ਸੀ 2019 ਤੋਂ ਲੈ ਕੇ 2024 ਤੱਕ। ਹੁਣ ਜਿਹੜੀ ਨਵੀਂ ਬਣੂਗੀ ਉਹ 18ਵੀਂ ਹੋਊਗੀ। ਵੇਖਾਂਗੇ ਫਿਰ ਕਿਹਦੀ ਸਰਕਾਰ ਬਣਦੀ ਆ। ਤੇ ਇਹ ਸੀ ਸਾਡਾ ਸਾਰਾ ਦਾ ਸਾਰਾ ਸੰਸਦ ਦੇ ਬਾਰੇ ਵਿੱਚ। ਜੇ ਵੈਸੇ ਤਾਂ ਮੈਂ ਆਪਣੀ ਵੱਲੋਂ ਕੋਈ ਵੀ ਪੁਆਇੰਟ ਨਹੀਂ ਛੱਡਿਆ, ਠੀਕ ਆ। ਤੇ ਜੇਕਰ ਫਿਰ ਵੀ ਇੱਕ ਅੱਧਾ ਪੁਆਇੰਟ ਰਹਿ ਗਿਆ ਹੋਵੇ, ਕੋਈ ਗੱਲ ਨਹੀਂ, ਮੈਂ ਟੈਲੀਗ੍ਰਾਮ ਤੇ ਸ਼ੇਅਰ ਕਰ ਦੂੰਗੀ, ਠੀਕ ਆ। ਤੇ ਜਿਹੜਾ ਵਾ ਸੈਸ਼ਨ ਵਧੀਆ ਲੱਗੇ ਤਾਂ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਤੇ ਕਮੈਂਟ ਕਰਕੇ ਦੱਸਣਾ ਵੀ ਕਲਾਸ ਤੁਹਾਨੂੰ ਕਿਵੇਂ ਦੀ ਲੱਗੀ, ਠੀਕ ਆ। ਤੇ ਇੱਕ ਅੱਧਾ ਮੈਂ ਸੋਚ ਰਹੀ ਵੀ ਮੈਂ ਤੁਹਾਨੂੰ ਕੁਐਸਚਨ ਹੀ ਦੇ ਦੇਵਾਂ, ਹਨਾ, ਜਿਹਦਾ ਤੁਸੀਂ ਆਨਸਰ ਕਰੋਗੇ। ਹਾਂ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ ਉਹ। ਕੁਐਸਚਨ ਤੁਹਾਡੇ ਲਈ ਇਹ ਆ ਵੀ ਤੁਸੀਂ ਨਾ ਕਮੈਂਟ ਕਰਕੇ ਮੈਨੂੰ ਦੱਸਣਾ ਵੀ ਲੋਕ ਸਭਾ ਦੇ ਮੌਜੂਦਾ ਮੈਂਬਰਾਂ ਦੀ ਗਿਣਤੀ ਕਿੰਨੀ ਆ, ਠੀਕ ਆ। ਰਾਜ ਸਭਾ ਦੇ ਮੌਜੂਦਾ ਮੈਂਬਰਾਂ ਦੀ ਗਿਣਤੀ ਤੇ ਲੋਕ ਸਭਾ ਦੇ ਮੌਜੂਦਾ ਮੈਂਬਰਾਂ ਦੀ ਗਿਣਤੀ ਤੁਸੀਂ ਕਮੈਂਟ ਦੇ ਵਿੱਚ ਰਿਪਲਾਈ ਕਰਨਾ। ਤੇ ਆਪਾਂ ਮਿਲਾਂਗੇ ਅਗਲੀ ਕਲਾਸ ਦੇ ਵਿੱਚ, ਕਿਉਂਕਿ ਆਪਾਂ ਲੋਕ ਸਭਾ ਦੇ ਸਪੀਕਰ ਨੂੰ ਕਰਨਾ ਵਾ ਡਿਟੇਲ ਦੇ ਵਿੱਚ। ਕਿਉਂਕਿ ਲੋਕ ਸਭਾ ਦਾ ਸਭਾਪਤੀ ਕੌਣ ਆ? ਸਪੀਕਰ ਆ। ਰਾਜ ਸਭਾ ਦਾ ਉਪ ਰਾਸ਼ਟਰਪਤੀ ਹੈ ਜਿਹੜਾ ਕਿ ਆਪਾਂ ਕਰ ਚੁੱਕੇ ਆ। ਪਰ ਲੋਕ ਸਭਾ ਦਾ ਸਭਾਪਤੀ ਸਪੀਕਰ ਹੈ ਜਿਹੜਾ ਆਪਾਂ ਨਹੀਂ ਕੀਤਾ ਡਿਟੇਲ ਦੇ ਵਿੱਚ, ਉਹਨੂੰ ਆਪਾਂ ਕਰਨਾ। ਉਹਨੂੰ ਆਪਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਬਹੁਤ ਜ਼ਿਆਦਾ ਜ਼ੋਰ ਲੱਗਦਾ, ਠੀਕ ਹੈ। ਜ਼ੋਰ ਲੱਗਦਾ ਮਤਲਬ ਮੈਂ ਬਹੁਤ ਹੀ એનર્ਜੀ ਦੇ ਨਾਲ ਬੋਲਦੀ ਹੁੰਦੀ ਆ, ਠੀਕ ਹੈ। ਬਹੁਤ ਜ਼ਿਆਦਾ ਮਿਹਨਤ ਲੱਗਦੀ ਆ। ਤੇ ਪਲੀਜ਼ ਤੁਸੀਂ ਕਲਾਸ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਿਉਂਕਿ ਸਾਰੇ ਬੱਚਿਆਂ ਨੂੰ ਇਦਾਂ ਦੇ ਕੰਟੈਂਟ ਦੀ ਜ਼ਰੂਰਤ ਆ, ਠੀਕ ਆ। ਤੇ ਫਿਰ ਮਿਲਦੇ ਆਪਾਂ ਫਿਰ ਅਗਲੀ ਸਪੀਕਰ ਵਾਲੀ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।